ਸੋ ਇੱਕ ਵਾਰ ਫਿਰ ਸਾਰਿਆਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਟੌਪਿਕ ਸ਼ੁਰੂ ਕੀਤਾ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ 52 ਹੁਕਮ ਨੇ ਉਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਐਨਾਲਾਈਜ਼ ਕਰੀਏ ਵੀ ਉਹ ਗੁਰੂ ਸਾਹਿਬ ਦੇ ਹੁਕਮ ਜਿਹੜੇ ਨੇ ਉਹ ਕੀ ਨੇ, ਗੁਰੂ ਸਾਹਿਬ ਉਹਨਾਂ ਹੁਕਮਾਂ ਦੇ ਵਿੱਚ ਕੀ ਕਹਿ ਰਹੇ ਨੇ ਔਰ ਸਾਡੀ ਡੇਲੀ ਲਾਈਫ ਦੇ ਵਿੱਚ ਉਹਨਾਂ ਦਾ ਕੀ ਸਿਗਨੀਫੀਕੈਂਸ ਹੈ। ਸੋ ਸ਼ੁਰੂ ਕਰਨ ਤੋਂ ਪਹਿਲੇ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਬੰਦਨਾ ਹੈ, ਅਰਦਾਸ ਹੈ ਕਿ ਉਹ ਸਾਡਾ ਮਾਰਗਦਰਸ਼ਨ ਕਰੇ, ਸਾਨੂੰ ਸਿੱਧੇ ਰਸਤੇ ਤੇ ਪਾਵੇ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗੁਰੂ ਸਾਹਿਬ ਦੇ ਜਿਹੜੇ 52 ਹੁਕਮ ਨੇ ਉਹਨਾਂ ਦੇ ਵਿੱਚ ਉਹ ਇੱਕ ਗਾਈਡੈਂਸ ਦਿੰਦੇ ਨੇ ਕਿ ਅਸੀਂ ਆਪਣੀ ਲਾਈਫ ਜਿਹੜੀ ਹੈ ਉਸ ਦੇ ਵਿੱਚ ਕੀ ਕੰਮ ਕਰਨੇ ਨੇ ਔਰ ਕੀ ਕੰਮ ਨਹੀਂ ਕਰਨੇ, ਤਾਂ ਕਿ ਅਸੀਂ ਇੱਕ ਆਪਣੀ ਅੱਛੀ ਲਾਈਫ ਜਿਹੜੀ ਹੈ ਉਹ ਬਿਤਾ ਸਕੀਏ। ਇਸ ਤੇ ਅਕਸਰ ਪਹਿਲੇ ਵੀ ਆਪਾਂ ਇਸ ਦੇ ਉੱਤੇ ਵਿਚਾਰ ਕਈ ਵਾਰੀ ਕੀਤਾ ਹੈ ਕਿ ਇਹ ਜਿਹੜੇ ਹੁਕਮ ਹੈਗੇ ਨੇ ਇਹਨਾਂ ਦੀ ਕੀ ਹਿਸਟਰੀ ਹੈ, ਕੀ ਇਹਨਾਂ ਦੀ ਹਿਸਟੋਰੀਕਲ ਸਿਗਨੀਫੀਕੈਂਸ ਹੈ। ਔਰ ਜਿਸ ਤਰ੍ਹਾਂ ਮੈਂ ਪਹਿਲੇ ਵੀ ਜ਼ਿਕਰ ਕੀਤਾ ਹੈ ਕਿ ਇਹ ਜਿਹੜੇ ਹੁਕਮ ਨੇ ਇਹ ਗੁਰੂ ਸਾਹਿਬ ਦੇ ਜਿਹੜੇ ਸਿੰਘ ਹੋਏ ਨੇ, ਭਾਈ ਦੇਸਾ ਸਿੰਘ ਸੀਗੇ, ਭਾਈ ਦਇਆ ਸਿੰਘ ਸੀਗੇ, ਹੋਰ ਉਹਨਾਂ ਦੇ ਜਿਹੜੇ ਸਿੰਘ ਸਨ ਜਿਹੜੇ ਉਹਨਾਂ ਦੇ ਨਾਲ ਚੱਲਦੇ ਸਨ, ਉਹਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਇਹ ਇੱਕ ਉਹਨਾਂ ਦਾ ਡਾਇਲੌਗ ਹੈ ਉਹਨਾਂ ਦੇ ਨਾਲ, ਜਿਸ ਦੇ ਵਿੱਚ ਕਿ ਅਕਸਰ ਉਸ ਦੇ ਜਿਹੜੀ ਬਾਣੀ ਹੈ ਜਾਂ ਜਿਹੜੀ ਉਹ ਲਿਖਤ ਹੈ ਉਸ ਦੇ ਬਿਗਿਨਿੰਗ ਦੇ ਵਿੱਚ ਆਉਂਦਾ ਹੈ ਕਿ ਵੀ ਮੁੱਖ ਵਾਕ ਪਾਤਸ਼ਾਹੀ 10ਵੀਂ, ਜਾਂ ਉੱਥੇ ਆਉਂਦਾ ਹੈ ਕਿ ਸਵਾਲ ਔਰ ਉਸ ਸਿੰਘ ਦਾ ਨਾਂ ਹੈ, ਔਰ ਫਿਰ ਅੱਗੇ ਆਉਂਦਾ ਹੈ ਕਿ ਜਵਾਬ ਗੁਰੂ ਗੋਬਿੰਦ ਸਿੰਘ ਜੀ ਦੇ। ਸੋ ਇਹ ਜਿਹੜੀਆਂ ਉਹਨਾਂ ਦੀਆਂ ਡਿਸਕੋਰਸ ਹੈਗੇ ਨੇ, ਜੋ ਉਹਨਾਂ ਦੀ ਆਪਸ ਦੇ ਵਿੱਚ ਇੱਕ ਡਾਇਲੌਗ ਸੀਗਾ, ਜਿਸ ਵੇਲੇ ਸਿੰਘਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੀ ਤੁਸੀਂ ਗਾਈਡੈਂਸ ਆਪਣੇ ਸਿੰਘਾਂ ਨੂੰ ਦਿਓਗੇ ਤਾਂ ਕਿ ਉਹ ਅੱਛੀ ਲਾਈਫ ਬਿਤਾ ਸਕਣ। ਇਹਨਾਂ ਨੂੰ ਜਿਹੜੇ ਸਿੱਖ ਰਹਿਤਨਾਮੇ ਨੇ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਕੈਪਚਰ ਕਰਦੇ ਹਾਂ। ਔਰ ਇਹ ਜਿਹੜੇ ਰਹਿਤਨਾਮੇ ਨੇ, ਜਿਹੜੀਆਂ ਲਿਖਤਾਂ ਨੇ, ਇਹਨਾਂ ਨੂੰ ਐਕਚੁਅਲੀ ਲਿਖਿਆ ਗੁਰੂ ਸਾਹਿਬ ਦੇ ਉਹਨਾਂ ਸਿੰਘਾਂ ਨੇ। ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਵੀ ਇਹ ਰਹਿਤਨਾਮੇ ਜਿਹੜੇ ਨੇ ਇਹ ਅਸਲ ਦੇ ਵਿੱਚ ਗੁਰੂ ਸਾਹਿਬ ਨੇ ਖੁਦ ਪੈਨ ਡਾਊਨ ਕੀਤੇ ਨੇ, ਪਰ ਇਹ ਡਾਇਲੌਗ ਜਿਹੜਾ ਹੈ ਜਾਂ ਇਹਨੂੰ ਤੁਸੀਂ ਬਾਣੀ ਕਹਿ ਲਓ, ਜਿਸ ਤਰ੍ਹਾਂ ਵੀ ਕਹਿ ਲਓ, ਵੀ ਇਹ ਗੁਰੂ ਸਾਹਿਬ ਦੀ ਹੀ ਹੈ। ਔਰ ਇਹੀ ਰਹਿਤਨਾਮੇ ਔਰ ਹੁਕਮ ਨੇ ਜਿਨ੍ਹਾਂ ਤੋਂ ਕਿ ਹੌਲੀ ਹੌਲੀ ਟਾਈਮ ਪਾ ਕੇ ਸਿੱਖ ਰਹਿਤ ਮਰਿਆਦਾ ਜਿਹੜੀ ਹੈ ਉਹ ਬਣੀ ਹੈ, ਜਿਸ ਨੂੰ ਕਿ ਅਸੀਂ ਅੱਜ ਫੋਲੋ ਕਰਦੇ ਹਾਂ, ਕੋਡ ਆਫ ਕੰਡਕਟ ਜਿਹੜਾ ਹੈ। ਮੈਂ ਇਸ ਚੀਜ਼ ਨੂੰ ਇਸ ਤਰ੍ਹਾਂ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਵੀ ਅਗਰ ਆਪਾਂ ਇਸ ਦੀ ਹਿਸਟੋਰੀਕਲ ਫੈਕਟਸ ਦੇ ਵਿੱਚ ਜਾਈਏ ਨਾ ਜਾਈਏ ਉਹ ਬਾਅਦ ਦੀ ਗੱਲ ਹੈ, ਪਰ ਆਪਾਂ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਨੈਕਟ ਕਰਨ ਦੀ ਅਗਰ ਕੋਸ਼ਿਸ਼ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਇਹਨਾਂ ਚੀਜ਼ਾਂ ਬਾਰੇ ਕੀ ਕਹਿੰਦੇ ਆ। ਕਿਉਂਕਿ ਸਾਨੂੰ ਈਵਨ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜੋ ਹੁਕਮ ਕੀਤਾ ਉਹ ਇਹੀ ਹੈ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਸਾਡੇ ਵਾਸਤੇ ਸਾਡਾ ਗੁਰੂ ਹੈ। ਸੋ ਅਗਰ ਕੋਈ ਚੀਜ਼ ਐਸੀ ਹੈ ਜਿਸ ਦਾ ਪ੍ਰਮਾਣ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲ ਰਿਹਾ ਹੈ, ਜਿਸ ਦਾ ਐਗਜ਼ਾਮਪਲ, ਜਿਸ ਦੀ ਗਾਈਡੈਂਸ ਗੁਰੂ ਗ੍ਰੰਥ ਸਾਹਿਬ 'ਚ ਹੈ, ਤੇ ਫਿਰ ਮੇਰੇ ਵਾਸਤੇ ਇਹ ਲਾਜ਼ਮੀ ਹੈ ਕਿ ਮੈਂ ਉਸ ਚੀਜ਼ ਨੂੰ ਫੋਲੋ ਕਰਾਂ, ਉਸ ਨੂੰ ਐਕਸੈਪਟ ਕਰਾਂ। ਉਸ ਦੀ ਹਿਸਟੋਰੀਕਲ ਐਕੂਰੇਸੀ ਨੂੰ ਜਾਂ ਫੈਕਟਸ ਨੂੰ ਕੁਐਸਚਨ ਕਰਨਾ ਜਿਹੜਾ ਇੱਕ ਬੜੀ ਸੈਕੰਡਰੀ ਗੱਲ ਹੈ। ਸੋ ਮੇਰਾ ਜਿਹੜਾ ਫੋਕਸ ਇਹਨਾਂ ਹੁਕਮ ਜਿਹੜੇ ਇਹ ਗੁਰੂ ਸਾਹਿਬ ਦੇ 52 ਹੁਕਮ ਨੇ, ਇਹਨਾਂ ਨੂੰ ਵਿਚਾਰ ਕਰਨ, ਡਿਸਕਸ ਕਰਨ ਦੇ ਵਿੱਚ ਜਿਹੜਾ ਫੋਕਸ ਰਿਹਾ ਹੈ, ਉਹ ਫੋਕਸ ਇਹ ਰਿਹਾ ਹੈ ਕਿ ਵੀ ਇਸ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਿਸ ਤਰ੍ਹਾਂ ਕਨੈਕਟ ਕਰੀਏ, ਜਾਂ ਗੁਰੂ ਗ੍ਰੰਥ ਸਾਹਿਬ ਇਸ ਬਾਰੇ ਕੀ ਕਹਿੰਦਾ ਹੈ। ਜਿਹੜਾ ਸਾਡਾ ਅੱਜ ਦਾ ਹੁਕਮ ਹੈ, 19ਵਾਂ ਜਿਹੜਾ ਹੁਕਮ ਹੈ, ਉਹ ਹੈ ਕਿ ਵੀ ਕੰਮ ਕੋਈ ਵੀ ਜਿਸ ਵੇਲੇ ਆਪਾਂ ਕੰਮ ਕਰਦੇ ਹਾਂ, ਕੋਈ ਆਫਿਸ ਦਾ, ਪਰਸਨਲ ਜਾਂ ਕੁਝ ਵੀ, ਤੇ ਗੁਰੂ ਸਾਹਿਬ ਕਹਿੰਦੇ ਨੇ ਵੀ ਉਸ ਕੰਮ ਨੂੰ ਕਰਨ ਲੱਗਿਆ ਲੇਜ਼ੀਨੈਸ ਨਹੀਂ ਕਰਨੀ, ਆਲਸ ਨਹੀਂ ਕਰਨਾ, ਦਰਿੱਦਰ ਨਹੀਂ ਕਰਨਾ। ਠੀਕ ਹੈ, ਜੋ ਚੀਜ਼ ਟਾਈਮ ਤੇ ਜਿਸ ਵੇਲੇ ਬਣਦਾ ਹੈ ਉਸ ਵੇਲੇ ਉਹਨੂੰ ਕਰਨਾ, ਉਸ ਨੂੰ ਡਿਲੇ ਨਹੀਂ ਕਰਨਾ। ਸੋ ਸਵਾਲ ਇਹ ਆਉਂਦਾ ਹੈ ਕਿ ਵੀ ਗੁਰੂ ਸਾਹਿਬ ਇਹ ਕਿਉਂ ਕਹਿ ਰਹੇ ਨੇ। ਸਾਨੂੰ ਸਭ ਨੂੰ ਪਤਾ ਹੈ ਵੀ ਲੇਜ਼ੀਨੈਸ ਜਿਹੜੀ ਹੈ ਦੈਟ ਇਜ਼ ਨਾਟ ਗੁੱਡ।
पर गुरु ग्रंथ साहब इस बारे सानू की गाइडेंस दे रही है, ये जानना साडे वास्ते बहुत जरूरी है। सो इस च मैं देखने की कोशिश की अपनी समझ मुताबिक कि भी गुरु ग्रंथ साहब दे विच इस दे की प्रमाण ने, गुरु साहब लेजीनेस बारे या होर जड़ियां इस किस्म दी चीज़ां ने डेली लाइफ के परसपैक्टिव तो और स्पिरिचुअल लाइफ के परसपैक्टिव तो गुरु साहब की कहते हैं। हुण इस दे विच बिफोर वी स्टार्ट जस्ट टू क्लैरिफाई कि एक वर्ड है लेजीनेस, एक वर्ड है प्रोक्रेस्टिनेशन। इन्हां दोवां वर्ड्स नूं असीं इंटरचेंजेबली यूज जरूर करते हाँ, पर ये वर्ड्स जिहड़े ने नैसेसरीली इन्हां दा सेम मीनिंग नहीं है, थोड़ा जिहा इन्हां दा मीनिंग जिहड़ा है वो डिफरेंट है। लेजीनेस दा मतलब है डिक्शनरी के मुताबिक कोई काम जिहड़ा है उसनूं करन वास्ते एक अनविलिंगनेस होना, भी मैं वो काम करन नूं तैयार ही नहीं हाँ। ठीक है, इसलिए नहीं भी मैनू वो काम गलत लग रहा, इस करके भी मैं आलस मार रहा या मैं कहना भी मैं नहीं करना जी, मैं कल कर लांगा। प्रोक्रेस्टिनेशन ऑन दी अदर हैंड है भी जिथे मैं काम करता तो जरूर हाँ, पर मैनू टाइम सिर नहीं करता, मैनू डिले करी जाना। सो ये दो वर्ड जड़े ने इंग्लिश डिक्शनरी च असीं ऑफ्टन इंटरचेंजेबली इन्हों आप यूज करीदा है, ते दे कैन मीन द सेम थिंग डिपेंडिंग अपॉन द सिचुएशन ऑल्सो। साडे कॉन्टैक्स्ट दे विच लेजीनेस का जिहड़ा जिक्र है उसनूं मैं देखने की कोशिश की है कि भी असीं आम रोजमर्रा के अपने घर च जिहड़े काम करते हैं उत्थे किहड़े ऐसे एग्जाम्पल्स ने, अपने स्कूल दे विच प्रोफैशन दे विच जिहड़े काम करते हैं या असीं अपने कम्यूनिटी के प्रति जो चीज़ां करते हाँ उत्थे लेजीनेस जिहड़ी है वो कित्थे आंदी है और गुरु साहब उस बारे की कहते हैं। और तीसरी जिहड़ी सब तो इंपॉर्टेंट चीज़ है एक सिख वास्ते कि भी जड़ी उसकी एक स्पिरिचुअल डेवलपमेंट है और नितनेम है या गुरु की सेवा है, उस दे विच लेजीनेस जड़ी है या दरिद्र जड़ा है या आलस जड़ा है वो कित्थे आंदा है और गुरु साहब उस बारे की कहते हैं। सो पहले आप देखिए भी साडी जड़ी डेली लाइफ है उस दे विच वेरी क्विकली लेजीनेस कित्थे आंदी है। अक्सर लेजीनेस आंदी है अपने हाउस होल्ड के जिहड़े साडे काम काज हैगे ने घर दे विच, कोई घर की साफ सफाई करनी है, कोई असी गार्डन नूं अपने नूं मेनटेन करना है, ठीक है, कोई घाह कट्टना है, कोई सफाई करनी है घर दे अंदर घर दे बाहर, या कोई कुकिंग करनी है। यू नो कुकिंग इज ऑलवेज अ बिग चोर, उस दे विच हुंदा है यार मैं करा ना करा, पर यह है भी अल्टीमेटली वी हैव टू डू इट, राइट। हाउ फार वी कैन डिले इट, कई बारी नहीं हुंदा बंदे दा मन, ते बंदा कहंदा चलो बाहरों खा आने, बाहरों मंगवा लेने, राइट, होर कुछ नहीं तो चलो पिज़्ज़ा मंगवा लो, ठीक है। ते सो एक लेजीनेस है कि भी वेयर वी आर ट्राइंग के आई एम नॉट विलिंग टू डू इट टुडे, राइट। द सेम थिंग कैन बी सेड फॉर अदर थिंग्स इन द हाउस। कोई मेंटेनेंस की चीज़ है, किसी की कोई टूटी लीक कर रही है, बंदा उन्होंने करी जाता भी यार कल करा लांगे परसों करा लांगे। यही चीज़ जड़ी है वो साडे नाल फिर चलती है साडे ऑफिस दे विच या साडी पढ़ाई च साडे स्कूल च जाती है। ऑफिस दे विच साडा काम जिहड़ा है वो डिले होण लग पैंदा, कोई असीं प्रोजेक्ट ते काम कर रहे हैं वो डिले हो जाता है। स्टूडेंट्स जिहड़े ने पढ़ाई कर रहे ने, उन्हां दे एग्जाम्स आ रहे ने, अज दी तैयारी जिहड़ी वो कल ते पै जांदी है, कल दी परसों ते पै जांदी है। अक्सर पढ़ाई जिहड़ी है वो मेरे वर्गे जिहड़े ने वो एग्जाम तो एक दो दिन पहले ज़्यादातर करते हुंदे सीगे। सो वो एक लेजीनेस है जिहड़ी कि घर दे अंदर साडे दफ्तर च प्रोफैशनल लाइफ दे विच या साडे एजुकेशनल लाइफ दे विच स्टूडेंट्स वास्ते वो आंदी रहिंदी है। और इस दा सानू पता है कि जे असीं घर नूं साफ नहीं रखांगे, कोई भी किसी किस्म का अनहाइजीनिक माहौल होएगा तो उस दे नाल गंदगी फैलेगी, बीमारी फैल सकती है। प्रोफैशनली असीं अगर अपना काम च ढिल पा रहे हैं, आलस कर रहे हैं, तो असीं प्रोफैशनली सफ़र करांगे। कोई बिजनेस दे विच कर रहा है तो उसका बिजनेस सफ़र करेगा, ठीक है, किसी की नौकरी चली जाएगी या होर उसके कई किस्म के डेट्रीमेंटल इफेक्ट्स हैगे ने। सेम थिंग गोज विद एजुकेशन। स्टूडेंट्स जिहड़े ने अगर दे आर बीइंग लेजी, दे विल लूज इन देयर स्टडीज, दे विल सफ़र इन देयर मार्क्स। यही चीज़ आ जाती है। आजकल एक बड़ा फोकस है स्पेशली अराउंड द पेंडेमिक, फिटनेस, साडी जिहड़ी हेल्थ है। सो उस दे विच भी असीं बहुत आलस करते हाँ, जिस दे विच के असीं कहने हैं भी अज मैं एक्सरसाइज करनी, चलो छड्डो अज मेरा मन नहीं है, मैं कल कर लांगा। सैर करन जाना है, अज नहीं जावांगा कल चला जाऊंगा, अज गर्मी है, अज ठंड है, अज हवा चल रही है, ठीक है, आई डू इट टुमारो।
ਉਹ ਜਿਹੜੀ ਸਾਡੀ ਫਿਟਨੈਸ ਦੇ ਵਿੱਚ ਅਸੀਂ ਢਿੱਲ ਪਾਉਂਦੇ ਹਾਂ, ਆਲਸ ਕਰਦੇ ਹਾਂ, ਉਸ ਦੇ ਨਾਲ ਪਹਿਲੇ ਸਾਡੀ ਬਾਡੀ ਸਫਰ ਕਰਦੀ ਹੈ, ਫਿਰ ਉਸੇ ਦਾ ਕੌਨਸੀਕੁਐਂਸ ਸਾਡੇ ਮੈਂਟਲ ਹੈਲਥ ਦੇ ਉੱਤੇ ਪੈਂਦਾ ਹੈ। ਕਿਤੇ ਨਾ ਕਿਤੇ ਜਾ ਕੇ ਉਸ ਆਲਸ ਕਰਕੇ ਹੌਲੀ ਹੌਲੀ ਸਾਡਾ ਜਿਹੜਾ ਮੈਂਟਲ ਹੈਲਥ ਹੈ ਉਹ ਸਫਰ ਕਰਦੀ ਹੈ, ਮੈਂਟਲ ਬੈਲੈਂਸ ਜਿਹੜਾ ਹੈ ਉਹ ਸਾਡਾ ਅਪਸੈਟ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਇਹ ਚੀਜ਼ਾਂ ਨੇ ਵੀ ਜਿਹੜੀਆਂ ਸਾਡੀ ਡੇਲੀ ਲਾਈਫ ਦੇ ਵਿੱਚ ਆਉਂਦੀਆਂ ਨੇ, ਫਿਜ਼ੀਕਲ ਉਹਨਾਂ ਦੀ ਇੱਕ ਮੈਨੀਫੈਸਟੇਸ਼ਨ ਹੈ, ਕੰਮ 'ਚ, ਘਰ 'ਚ, ਸਕੂਲ 'ਚ, ਸਾਡੀ ਫਿਟਨੈਸ 'ਚ। ਹੁਣ ਆਪਾਂ ਵੈਰੀ ਕੁਇਕਲੀ ਦੇਖੀਏ ਕਿ ਵੀ ਇਹੀ ਜਿਹੜੀ ਲੇਜ਼ੀਨੈਸ ਹੈ ਇਹ ਇੱਕ ਸਿੱਖ ਵਾਸਤੇ ਇੰਪੋਰਟੈਂਟ ਕਿਉਂ ਹੈ, ਔਰ ਗੁਰੂ ਸਾਹਿਬ ਇਸ ਹੁਕਮ ਦੇ ਵਿੱਚ ਇਸ ਲੇਜ਼ੀਨੈਸ ਬਾਰੇ ਇੰਨੀ ਜ਼ਰੂਰੀ ਕਿਉਂ ਉਹਨਾਂ ਨੂੰ ਲੱਗੀ ਕਿ ਉਹਨਾਂ ਨੇ ਇੱਕ ਉਸ ਦਾ ਹੁਕਮ ਬਣਾਇਆ ਹੈ ਕਿ ਵੀ ਭਾਈ ਤੁਸੀਂ ਲੇਜ਼ੀ ਨਹੀਂ ਹੋਣਾ, ਠੀਕ ਹੈ। ਸੋ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆਧਾਰ ਬਣਾ ਕੇ ਮੈਂ ਇਸ ਨੂੰ 2 ਜਾਂ 3 ਹਿੱਸਿਆਂ ਦੇ ਵਿੱਚ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਪਹਿਲੀ ਗੱਲ ਤਾਂ ਹੈ ਵੀ ਲੇਜ਼ੀਨੈਸ ਹੈ ਕੀ, ਦੂਸਰਾ ਇਹ ਕਿ ਗੁਰਬਾਣੀ ਦੇ ਵਿੱਚ ਸਾਨੂੰ ਉਸ ਦੇ ਕੀ ਐਗਜ਼ਾਮਪਲਸ ਮਿਲਦੇ ਨੇ, ਔਰ ਤੀਸਰਾ ਇਹ ਕਿ ਵੀ ਕਾਲ ਟੂ ਐਕਸ਼ਨ ਕੀ ਹੈ, ਵੀ ਅਸੀਂ ਕੀ ਐਸਾ ਕਰ ਸਕਦੇ ਹਾਂ ਜਿਹਦੇ ਨਾਲ ਅਸੀਂ ਆਪਣੇ ਆਲਸ ਤੋਂ ਦੂਰ ਹੋ ਸਕਦੇ ਹਾਂ, ਗੁਰੂ ਸਾਹਿਬ ਉਸ ਬਾਰੇ ਕੀ ਕਹਿੰਦੇ ਨੇ। ਇਹ ਚੀਜ਼ ਜਿਹੜੀ ਹੈ ਰੈਲੇਵੈਂਟ ਹੈ ਫਰੋਮ ਅ ਸਪਿਰਿਚੁਅਲ ਪਰਸਪੈਕਟਿਵ ਕਿ ਸਾਡੀ ਜਿਹੜੀ ਸਪਿਰਿਚੁਅਲ ਗਰੋਥ ਹੈ, ਮੈਂ ਅਗਰ ਆਪਣੇ ਕੰਮ ਤੇ ਜਾਣਾ, ਇਫੈਕਟਿਵਲੀ ਮੈਂ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਤੇ ਮੇਰਾ ਫੋਕਸ ਇਹ ਹੈ ਵੀ ਮੈਂ ਪ੍ਰੋਫੈਸ਼ਨਲੀ ਗਰੋ ਕਰਾਂ, ਮੈਂ ਮਨੀ ਅਰਨ ਕਰਾਂ, ਮੇਰੇ ਕੋਲ ਵਧੀਆ ਘਰ ਹੋਵੇ, ਵਧੀਆ ਕਾਰ ਹੋਵੇ। ਬਟ ਅਗਰ ਮੈਂ ਸਪਿਰਿਚੁਅਲੀ ਕਿਸੇ ਚੀਜ਼ ਦੇ ਵਿੱਚ ਆਲਸ ਪਾ ਰਿਹਾ ਔਰ ਮੈਂ ਸਫਰ ਕਰ ਰਿਹਾ ਤੇ ਮੈਨੂੰ ਉਸ ਨਾਲ ਵੀ ਨੁਕਸਾਨ ਹੋ ਰਿਹਾ। ਜੇ ਮੈਂ ਪ੍ਰੋਫੈਸ਼ਨਲੀ ਕੰਮ ਨਹੀਂ ਕਰਦਾ, ਮੈਨੂੰ ਪੈਸੇ ਦਾ ਲਾਸ ਹੁੰਦਾ ਹੈ, ਮੇਰੀ ਨੌਕਰੀ ਚਲੀ ਜਾਂਦੀ ਹੈ, ਜਾਂ ਸਟੂਡੈਂਟ ਜਿਹੜਾ ਹੈ ਉਸ ਦੀ ਪੜ੍ਹਾਈ ਚਲੀ ਜਾਂਦੀ ਹੈ, ਉਹ ਫੇਲ ਹੋ ਜਾਂਦਾ ਹੈ। ਤੇ ਅਗਰ ਮੈਂ ਸਪਿਰਿਚੁਅਲੀ ਆਪਣੀ ਲਾਈਫ ਦੇ ਵਿੱਚ ਆਲਸ ਕਰਦਾ ਤੇ ਉਹਦਾ ਮੈਨੂੰ ਕੀ ਨੁਕਸਾਨ ਹੁੰਦਾ, ਗੁਰਬਾਣੀ ਉਹਦੇ ਬਾਰੇ ਕੀ ਕਹਿੰਦੀ ਹੈ, ਇਹ ਚੀਜ਼ਾਂ ਸਾਨੂੰ ਦੇਖਣ ਦੀ ਜ਼ਰੂਰਤ ਹੈ। ਉੱਥੋਂ ਸਾਨੂੰ ਅੰਦਾਜ਼ਾ ਹੋਏਗਾ ਵੀ ਗੁਰੂ ਸਾਹਿਬ ਨੇ ਇਹ ਜਿਹੜਾ ਹੁਕਮ ਹੈ ਇਸ ਦੇ ਉੱਤੇ ਇੰਨਾ ਐਮਫੈਸਿਸ ਕਿਉਂ ਦਿੱਤਾ ਹੈ। 52 ਹੁਕਮ ਨੇ, ਤੁਸੀਂ ਉਹਨੂੰ ਇਦਾਂ ਕਹਿ ਸਕਦੇ ਹੋ ਵੀ 52 ਅਗਰ ਹਫ਼ਤੇ ਨੇ ਸਾਲ 'ਚ, ਤੇ ਤੁਸੀਂ ਹਰ ਹੁਕਮ ਜਿਹੜਾ ਉਸ ਨੂੰ ਇੱਕ ਹਫ਼ਤੇ ਵਾਸਤੇ ਉਸ ਨੂੰ ਤੁਸੀਂ ਐਸੋਸੀਏਟ ਕਰ ਸਕਦੇ ਹੋ। ਗੁਰੂ ਸਾਹਿਬ ਇਹ ਕਹਿੰਦੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ, ਕਿ ਵੀ ਜਿਸ ਕਾ ਦੀਆ ਪਹਿਨੇ ਖਾਏ ਤਿਸ ਸਿਉ ਆਲਸ ਕਿਉਂ ਬਣੇ ਮਾਏ। ਅਸੀਂ ਜੋ ਕੁਝ ਖਾ ਰਹੇ ਹਾਂ, ਪੀ ਰਹੇ ਹਾਂ, ਜੋ ਸਾਡੇ ਘਰ-ਬਾਰ ਨੇ, ਸਾਡਾ ਪੈਸਾ ਲੱਤਾ ਹੈ, ਸਾਡੇ ਕੋਲ ਜੋ ਅਕਲ ਹੈ, ਖਾਣਾ ਪੀਣਾ, ਕੱਪੜੇ, ਇਹ ਸਭ ਉਸ ਪਰਮਾਤਮਾ ਦੇ ਦਿੱਤੇ ਹੋਏ ਨੇ। ਗੁਰੂ ਸਾਹਿਬ ਇਹ ਸਵਾਲ ਪਹਿਲੇ ਕਰ ਰਹੇ ਨੇ ਕਿ ਵੀ ਜਿਸ ਪਰਮਾਤਮਾ ਨੇ ਤੈਨੂੰ ਸਭ ਕੁਝ ਦਿੱਤਾ ਹੈ, ਖਾਣਾ ਪੀਣਾ, ਤੈਨੂੰ ਨਾਮ, ਇੱਜ਼ਤ, ਸਰੀਰ, ਗੁੱਡ ਹੈਲਥ, ਸਭ ਕੁਝ ਦਿੱਤਾ ਹੈ, ਉਸੇ ਉਹ ਪਰਮਾਤਮਾ ਜਿਹੜਾ ਹੈ ਉਸ ਨੂੰ ਚੇਤੇ ਕਰਨ ਦੇ ਵਿੱਚ ਕਿਉਂ ਆਲਸ ਕਰ ਰਿਹਾ ਹੈ। ਸੋ ਮਨ ਇੱਕ ਤਾਂ ਅਸੀਂ ਗੱਲ ਕੀਤੀ ਨਾ ਵੀ ਮੈਂ ਆਲਸ ਕਰਦਾ ਪ੍ਰੋਫੈਸ਼ਨਲੀ, ਕੋਈ ਹਾਊਸ ਹੋਲਡ 'ਚ ਜਾਂ ਕੋਈ ਹੋਰ, ਐਂਡ ਆਈ ਨੋ ਆਮ ਗੋਇੰਗ ਟੂ ਸਫਰ, ਸੋ ਇਵੈਂਚੁਅਲੀ ਆਈ ਗਿਵ ਇਨ। ਪਰ ਜਿੱਥੇ ਹੁਣ ਮੈਨੂੰ ਰੱਬ ਨਜ਼ਰ ਨਹੀਂ ਆ ਰਿਹਾ, ਮੇਰੇ ਕੋਲ ਸਿਰ ਤੇ ਡੰਡਾ ਲੈ ਕੇ ਨਹੀਂ ਖੜਾ, ਵੀ ਮੈਂ ਅਗਰ ਸਵੇਰੇ ਉੱਠ ਕੇ ਪਾਠ ਨਹੀਂ ਕਰਾਂਗਾ ਤੇ ਮੈਨੂੰ ਕੋਈ ਕੁੱਟੇਗਾ, ਠੀਕ ਹੈ, ਜਾਂ ਮੇਰਾ ਕੋਈ ਨੁਕਸਾਨ ਹੋਏਗਾ, ਉਹ ਚੀਜ਼ ਮੈਨੂੰ ਨਜ਼ਰ ਨਹੀਂ ਆ ਰਹੀ। ਪਰ ਗੁਰੂ ਸਾਹਿਬ ਹੁਣ ਇਹ ਸਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਭਾਈ ਤੈਨੂੰ ਨੁਕਸਾਨ ਹੋ ਰਿਹਾ ਹੈ, ਭਾਵੇਂ ਉਹ ਤੈਨੂੰ ਨਜ਼ਰ ਨਹੀਂ ਆ ਰਿਹਾ, ਕਿਉਂਕਿ ਜਿਸ ਪਰਮਾਤਮਾ ਨੇ ਤੈਨੂੰ ਸਭ ਕੁਝ ਦਿੱਤਾ ਹੈ, ਉਹ ਪਰਮਾਤਮਾ ਜਿਹੜਾ ਹੈ ਉਸ ਨੂੰ ਚੇਤੇ ਰੱਖਣਾ, ਉਸ ਦਾ ਨਾਮ ਸਿਮਰਨ ਕਰਨਾ ਤੇਰੇ ਲਈ ਜ਼ਰੂਰੀ ਹੈ, ਕਿਉਂਕਿ ਜੋ ਕੁਝ ਤੇਰੇ ਕੋਲ ਹੈ ਉਹਦੇ ਕਰਕੇ ਹੈ, ਉਹਨੂੰ ਯਾਦ ਕਰਨ ਦੇ ਵਿੱਚ ਆਲਸ ਨਾ ਕਰ। ਅੱਗੇ ਗੁਰੂ ਰਾਮਦਾਸ ਜੀ ਮਹਾਰਾਜ ਜਿਹੜੇ ਨੇ, ਉਹ ਆਪਣਾ ਇੱਕ ਸ਼ਬਦ ਦੇ ਵਿੱਚ ਉਹ ਕਹਿੰਦੇ ਨੇ ਕਿ ਵੀ ਉਸੇ ਚੀਜ਼ ਨੂੰ ਅੱਗੇ ਕੰਟੀਨਿਊ ਕਰਦੇ ਨੇ ਕਿ ਵੀ ਅਸੀਂ ਕਿਉਂ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦੇ। ਗੁਰੂ ਸਾਹਿਬ ਕਹਿੰਦੇ ਵੀ ਅਸੀਂ ਉਹਨਾਂ ਬੱਚਿਆਂ ਵਾਂਗ ਹਾਂ ਜਿਹੜੇ ਗਵਾਚੇ ਹੋਏ ਆ ਜਾਂ ਜਿਨ੍ਹਾਂ ਨੂੰ ਸਮਝ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਨੇ, ਹਮ ਬਾਰਕ ਕਛੂ ਨਾ ਜਾਣੇ, ਗਤ ਮਿਤ ਤੇਰੇ, ਮੂਰਖ ਮੁਗਧ ਆਣੇ। ਅਸੀਂ ਮੂਰਖ ਹਾਂ, ਇਆਣੇ ਹਾਂ, ਠੀਕ ਹੈ, ਸਾਨੂੰ ਪਤਾ ਨਹੀਂ ਹੈ। ਕਿਸ ਗੱਲ ਦਾ ਨਹੀਂ ਪਤਾ? ਕਿ ਜੋ ਕੁਝ ਸਾਡੇ ਕੋਲ ਹੈ ਉਹ ਉਸ ਪਰਮਾਤਮਾ ਦਾ ਦਿੱਤਾ ਹੋਇਆ ਹੈ, ਔਰ ਇਸ ਲਈ ਉਹਨੂੰ ਯਾਦ ਕਰਨ 'ਚ ਸਾਨੂੰ ਆਲਸ ਕਰਨ ਦੀ ਲੋੜ ਨਹੀਂ। ਹਰ ਕਿਰਪਾ ਧਾਰ ਦੀਜੇ ਮਤ ਊਤਮ, हे ਵਾਹਿਗੁਰੂ। ਅੱਗੇ ਉਹ ਨਾਲ ਅਰਦਾਸ ਵੀ ਕਰ ਰਹੇ ਨੇ ਕਿ ਵੀ ਸਾਨੂੰ ਤੂੰ ਅੱਛੀ ਬੁੱਧ ਦੇ, ਕਰ ਲੀਜੇ ਮੁਗਧ ਸਿਆਣਾ।
ਵੀ ਸਾਨੂੰ ਗਾਈਡ ਕਰ, ਸਾਨੂੰ ਇਸ ਗੱਲ ਦੀ ਸਮਝ ਆਵੇ ਕਿ ਜੋ ਕੁਝ ਸਾਡੇ ਕੋਲ ਹੈ ਉਹ ਤੇਰੇ ਕਰਕੇ ਹੈ। ਕਿਉਂਕਿ ਗੁਰੂ ਸਾਹਿਬ ਇਹ ਕਹਿ ਰਹੇ ਨੇ ਨਾਲ ਹੀ, ਮੇਰਾ ਮਨ ਆਲਸੀਆ ਉਗਲਾਣਾ। ਮੇਰਾ ਜਿਹੜਾ ਮਨ ਹੈ ਉਹ ਆਲਸੀ ਹੈ, ਉਹ ਇਸ ਗੱਲ ਨੂੰ ਸਮਝਦਾ ਨਹੀਂ ਹੈ। ਉਸ ਦੇ ਵਿੱਚ ਇੱਕ ਆਲਸ ਹੈ, ਉਸ ਦੇ ਵਿੱਚ ਇੱਕ ਲੇਜ਼ੀਨੈਸ ਹੈ, ਉਸ ਦੇ ਵਿੱਚ ਇੱਕ ਸਲੀਪੀਨੈਸ ਹੈ। ਉਗਲਾਣਾ ਜਿਹੜਾ ਵਰਡ ਹੈ ਉਸ ਦਾ ਮਤਲਬ ਹੈ ਵੀ ਉਹ ਸੁੱਤਾ ਹੋਇਆ ਹੈ। ਮੇਰਾ ਜਿਹੜਾ ਮਨ ਹੈ ਉਹ ਆਪਣੇ ਆਲਸ ਕਰਕੇ ਸੁੱਤਾ ਹੋਇਆ ਹੈ। ਕਿਸ ਗੱਲ ਤੋਂ ਉਹ ਆਲਸ ਕਰਕੇ ਸੁੱਤਾ ਹੋਇਆ ਹੈ? ਇਸ ਗੱਲ ਤੋਂ ਕਿ ਜੋ ਕੁਝ ਵੀ ਉਸ ਪਰਮਾਤਮਾ ਨੇ ਦਿੱਤਾ ਹੈ, ਮੈਂ ਉਸ ਦਾ ਸ਼ੁਕਰ ਕਰਨਾ, ਉਸ ਦਾ ਸ਼ੁਕਰਾਨਾ ਕਰਨਾ। ਮੈਨੂੰ ਉਹ ਗੱਲ ਜਿਹੜੀ ਉਹ ਭੁੱਲੀ ਹੋਈ ਹੈ। I'm being lazy and I'm being sleepy. ਮੇਰਾ ਮਨ ਜਿਹੜਾ ਹੈ ਅਵੇਕ ਨਹੀਂ ਹੈ to the existence of the creator and his blessings. ਸੋ ਗੁਰੂ ਸਾਹਿਬ ਅਰਦਾਸ ਕਰ ਰਹੇ ਨੇ ਕਿ ਮੇਰਾ ਮਨ ਆਲਸੀਆ ਉਗਲਾਨਾ, ਹਰ ਹਰ ਆਣ ਮਿਲਾਇਓ ਗੁਰ ਸਾਧੂ, ਮਿਲ ਸਾਧੂ ਕਪਟ ਖੁਲਾਨਾ। ਇਹ ਵਾਹਿਗੁਰੂ ਅਰਦਾਸ ਕਰ ਰਹੇ ਨੇ ਵੀ ਮੈਨੂੰ ਤੂੰ ਸਾਧੂਆਂ ਦੇ ਨਾਲ ਜਾਂ ਉਹਨਾਂ ਭਗਤਾਂ ਦੇ ਨਾਲ ਮਿਲਾ, ਜਾਂ ਉਹਨਾਂ ਅੱਛੇ ਬੰਦਿਆਂ ਦੀ ਸੰਗਤ ਕਰਾ ਜਿਨ੍ਹਾਂ ਦੀ ਸੰਗਤ ਕਰਕੇ ਮੇਰੇ ਮਨ ਦੇ ਜਿਹੜੇ ਕਪਟ ਨੇ ਉਹ ਖੁੱਲ ਜਾਣ। ਮਤਲਬ ਮੇਰੇ ਮਨ ਦੇ ਜਿਹੜੇ ਡੋਰਸ ਨੇ, ਜਿਹੜੇ ਬੂਹੇ ਬਾਰੀਆਂ ਬੰਦ ਹੋਏ ਨੇ, ਮੇਰੇ ਮਨ 'ਚ ਜੋ ਆਲਸ ਆਇਆ ਹੋਇਆ, ਸਲੀਪੀਨੈਸ, ਲੇਜ਼ੀਨੈਸ ਆਈ ਹੈ, ਉਹ ਮੇਰਾ ਆਲਸ ਦੂਰ ਹੋ ਜਾਵੇ ਐਂਡ ਆਈ ਕੁਡ ਬੀ ਅਵੇਕਨਡ ਟੂ ਯੋਰ ਬਲੈਸਿੰਗਸ। ਔਰ ਮੈਂ ਤੇਰਾ ਜਿਹੜਾ ਨਾਮ ਸਿਮਰਨ ਹੈ ਉਹ ਕਰਨ ਲੱਗ ਪਵਾਂ। ਹੁਣ ਇਸ ਦੇ ਵਿੱਚ ਆਪਾਂ ਜਿੱਦਾਂ ਪਹਿਲੇ ਗੱਲ ਕੀਤੀ ਸੀਗੀ ਕਿ ਵੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਆਲਸ ਦੀ ਜਿੱਥੇ ਵੀ ਗੱਲ ਕੀਤੀ ਹੈ, ਉਹਨਾਂ ਨੇ ਆਲਸ ਦੇ ਨੁਕਸਾਨ ਦੀ ਵੀ ਗੱਲ ਕੀਤੀ ਹੈ ਕਿ ਵੀ ਜੇ ਅਸੀਂ ਆਲਸ ਕਰਦੇ ਹਾਂ ਟੁਵਰਡਸ ਆਵਰ ਸਪਿਰਚੁਅਲ ਗਰੋਥ, ਤੇ ਉਹਦਾ ਸਾਨੂੰ ਨੁਕਸਾਨ ਕੀ ਹੈ? ਗੁਰੂ ਸਾਹਿਬ ਕਹਿੰਦੇ ਨੇ, ਬਿਨ ਨਾਵੇ ਮਰ ਜਾਈਏ। ਜੇ ਮੇਰਾ ਮਨ ਆਲਸ ਕਰਕੇ ਸੁੱਤਾ ਰਹੇਗਾ, ਉਸ ਪਰਮਾਤਮਾ ਨੂੰ ਯਾਦ ਨਹੀਂ ਕਰੇਗਾ, ਉਸ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕਰੇਗਾ, ਤੇ ਫਿਰ ਕੀ ਹੋਏਗਾ? ਬਿਨ ਨਾਵੇ ਮਰ ਜਾਈਏ ਮੇਰੇ ਠਾਕੁਰ ਜੀਓ, ਅਮਲੀ ਅਮਲ ਲੁਬਾਣਾ। ਜਿਸ ਤਰ੍ਹਾਂ ਇੱਕ ਜਿਹੜਾ ਡਰੱਗੀ ਹੈ, ਜਿਹੜਾ ਬੰਦਾ ਨਸ਼ਾ ਕਰਦਾ ਹੈ, ਉਹ ਇੱਕ ਨਸ਼ਾ ਕਰਕੇ ਡਰੱਗਸ ਲੈ ਕੇ ਤੇ ਉਹ ਗਵਾਚਾ ਰਹਿੰਦਾ ਹੈ। ਉਸਨੂੰ ਆਪਣੇ ਆਲੇ ਦੁਆਲੇ ਦੀ ਪਤਾ ਨਹੀਂ ਹੁੰਦੀ, ਸੁਰਤ ਵੀ ਉਹਦੇ ਆਲੇ ਦੁਆਲੇ ਕੀ ਹੋ ਰਿਹਾ। ਗੁਰੂ ਸਾਹਿਬ ਕਹਿੰਦੇ ਨੇ ਕਿ ਅਗਰ ਮੈਂ ਨਾਮ ਸਿਮਰਨ ਕਰਕੇ ਆਪਣੇ ਮਨ ਨੂੰ ਜਗਾਵਾਂਗਾ ਨਹੀਂ, ਤੇ ਮੈਂ ਉਸ ਅਮਲੀ ਵਾਂਗ ਇਸ ਦੁਨੀਆ ਦੇ ਵਿੱਚ ਗਵਾਚਾ ਰਵਾਂਗਾ, ਔਰ ਮੇਰੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਗਵਾਚਿਆਂ ਸੁੱਤਿਆਂ ਨਿਕਲ ਜਾਏਗੀ। ਮੈਨੂੰ ਸਮਝ ਨਹੀਂ ਆਏਗਾ ਕਿ ਵੀ ਮੇਰੇ ਇੱਥੇ ਆਉਣ ਦਾ ਮਕਸਦ ਕੀ ਸੀਗਾ। ਸੋ ਬਹੁਤ ਸੋਹਣਾ ਸ਼ਬਦ ਇੱਕ ਗੁਰੂ ਸਾਹਿਬ ਨੇ ਦਿੱਤਾ, ਜਿਹਨੂੰ ਆਪਾਂ ਕਿ ਉਦਾਹਰਨ ਬਣਾ ਕੇ ਤੇ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿ ਵੀ ਆਲਸ ਜਿਹੜਾ ਹੈ ਉਹ ਗੁਰੂ ਸਾਹਿਬ ਕੀ ਕਹਿ ਰਹੇ ਨੇ ਵੀ ਉਹ ਸਾਡੇ ਲਈ ਕਿਉਂ ਬੁਰਾ ਹੈ। ਅੱਗੇ ਇੱਕ ਹੋਰ ਸ਼ਬਦ ਦੇ ਵਿੱਚ ਗੁਰੂ ਸਾਹਿਬ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਹੁਣ ਇੱਕ ਕਿਸਮ ਦਾ ਤੁਸੀਂ ਇਹਨੂੰ ਇਦਾਂ ਵੀ ਕਹਿ ਸਕਦੇ ਹੋ ਵੀ ਇਹ ਕਾਲ ਟੂ ਐਕਸ਼ਨ ਹੈ। ਵੀ ਗੁਰੂ ਸਾਹਿਬ ਕਹਿੰਦੇ ਵੀ ਦਿਨ ਰਾਤੀ ਆਰਾਧੋ ਪਿਆਰੇ, ਨਿਮਖ ਨਾ ਕੀਜੇ ਢੀਲਾ। ਇੱਕ ਪਲ ਵਾਸਤੇ ਵੀ, ਇੱਕ ਫ੍ਰੈਕਸ਼ਨ ਆਫ ਅ ਸੈਕਿੰਡ ਵਾਸਤੇ ਵੀ ਢਿੱਲ ਨਾ ਕਰ। ਆਪਣੇ ਕੰਮਾਂ ਕਾਰਜਾਂ 'ਚ ਲੱਗਾ ਕੋਈ ਗੱਲ ਨਹੀਂ, ਪਰ ਆਪਣੇ ਮਨ ਦੇ ਵਿੱਚ ਵਾਹਿਗੁਰੂ ਨਾਮ ਸਿਮਰਨ ਜਿਹੜਾ ਉਹ ਕਰਦਾ ਰਹਿ, ਉਸ ਨੂੰ ਆਰਾਧਦਾ ਰਹਿ, ਉਸ ਨੂੰ ਚੇਤੇ ਰੱਖ। ਸੰਤ ਸੇਵਾ ਕਰ ਭਾਵਨੀ ਲਾਈਏ, ਤਿਆਗ ਮਾਨ ਹਟੀਲਾ। ਔਰ ਕਾਲ ਟੂ ਐਕਸ਼ਨ ਇਸ ਦੇ ਵਿੱਚ ਇਹ ਹੈ ਕਿ ਗੁਰੂ ਸਾਹਿਬ ਕਹਿ ਰਹੇ ਨੇ ਵੀ ਉਸ ਪਰਮਾਤਮਾ ਨੂੰ ਐਵਰੀ ਸੈਕਿੰਡ ਯਾਦ ਰੱਖ। ਔਰ ਜਿਹੜੇ ਸੰਤ ਨੇ, ਜਿਹੜੇ ਭਗਤ ਨੇ, ਜਿਹੜੇ ਅੱਛੇ ਬੰਦੇ ਉਸ ਗੁਰੂ ਦੇ ਸੇਵਾ ਦੇ ਵਿੱਚ, ਉਸ ਨੂੰ ਨਾਮ ਸਿਮਰਨ ਦੇ ਵਿੱਚ ਲੱਗੇ ਹੋਏ ਨੇ, ਤੂੰ ਉਹਨਾਂ ਦੀ ਸੰਗਤ ਵਿੱਚ ਆ, ਉਹਨਾਂ ਦੀ ਸੇਵਾ ਵਿੱਚ ਆ, ਤਾਂ ਕਿ ਉਹਨਾਂ ਤੋਂ ਮੋਟੀਵੇਟ ਹੋ ਕੇ ਤੂੰ ਆਪਣੀ ਲਾਈਫ ਜਿਹੜੀ ਹੈ ਉਸ ਨੂੰ ਹੋਰ ਅੱਗੇ ਵਧਾ ਸਕੇ। ਔਰ ਅੱਗੇ ਗੁਰੂ ਸਾਹਿਬ ਕਹਿੰਦੇ ਵੀ ਜਿਸ ਸਿਮਰਤ ਮਨ ਹੋਤ ਆਨੰਦਾ, ਉਤਰੇ ਮਨੋ ਜੰਗੀਲਾ। ਮਨ ਨੂੰ ਜਿਹੜਾ ਇੱਕ ਜੰਗ ਲੱਗਾ ਹੋਇਆ, ਇੱਕ ਰਸ ਲੱਗੀ ਹੋਈ ਹੈ। ਪਹਿਲੇ ਵੀ ਪਿਛਲੇ ਸ਼ਬਦ 'ਚ ਵੀ ਗੁਰੂ ਸਾਹਿਬ ਨੇ ਕਿਹਾ ਨਾ ਵੀ ਮਨ ਆਲਸੀਆ ਉਗਲਾਨਾ, ਉਹ ਇੱਕ ਜੰਗ ਹੈ, ਜੰਗਾਲ ਹੈ, ਇੱਕ ਰਸਟ ਹੈ ਜਿਹੜੇ ਸਾਡੇ ਮਨ ਨੂੰ ਲੱਗੀ ਹੋਈ ਹੈ, ਜਿਹਨੇ ਸਾਨੂੰ ਲੇਜ਼ੀ ਬਣਾਇਆ ਹੋਇਆ। ਪਰ ਗੁਰੂ ਸਾਹਿਬ ਕਹਿੰਦੇ ਨੇ ਵੀ ਉਸ ਪਰਮਾਤਮਾ ਨੂੰ ਸਿਮਰਿਆ, ਉਸ ਨੂੰ ਯਾਦ ਕੀਤਿਆਂ ਮਨ ਜਿਹੜਾ ਹੈ ਉਸ ਦੇ ਵਿੱਚ ਇੱਕ ਆਨੰਦ ਪੈਦਾ ਹੁੰਦਾ ਹੈ। ਔਰ ਉਸ ਆਨੰਦ ਦੇ ਨਾਲ ਸਾਡੇ ਮਨ ਦਾ ਜਿਹੜਾ ਜੰਗ ਹੈ, ਜਿਹੜਾ ਜੰਗਾਲ ਹੈ, ਰਸਟ ਹੈ, ਉਤਰ ਜਾਂਦੀ ਹੈ। ਅਕਸਰ ਇਹ ਗੱਲ ਆਉਂਦੀ ਹੈ ਕਿ ਵੀ ਆਨੰਦ ਜਿਹੜਾ ਵਰਡ ਹੈ ਉਸ ਦਾ ਕੀ ਮਤਲਬ ਹੈ। ਇਹ ਦੋ ਵਰਡਸ ਨੇ
ਜਿਸ ਦੇ ਵਿੱਚ ਕਿ ਅਸੀਂ ਸਪਿਰਿਚੁਅਲ ਔਰ ਫਿਜ਼ੀਕਲ ਹੈਪੀਨੈਸ ਜਿਹੜੀ ਹੈ ਉਹਦੀ ਗੱਲ ਕਰਦੇ ਹਾਂ। ਇੱਕ ਬੰਦਾ ਮਿਹਨਤ ਕਰਦਾ ਹੈ, ਕਮਾਈ ਕਰਦਾ ਹੈ, ਉਸ ਦੇ ਕੋਲ ਅੱਛੇ ਪੈਸੇ ਨੇ, ਉਹਨਾਂ ਪੈਸਿਆਂ ਦੇ ਨਾਲ ਉਹ ਦੁਨਿਆਵੀ ਸੁੱਖ ਜਿਹੜੇ ਨੇ ਉਹਨਾਂ ਨੂੰ ਇਕੱਠੇ ਕਰਦਾ ਹੈ। ਉਸ ਦੇ ਕੋਲ ਇੱਕ ਅੱਛਾ ਘਰ ਆ ਜਾਂਦਾ ਹੈ, ਕਾਰ ਆ ਜਾਂਦੀ ਹੈ, ਖਾਣ ਪੀਣ ਨੂੰ ਉਸ ਦੇ ਕੋਲ ਅੱਛੇ ਖਾਣੇ ਆ ਜਾਂਦੇ ਨੇ, ਪਹਿਨਣ ਨੂੰ ਅੱਛੇ ਕੱਪੜੇ ਆ ਜਾਂਦੇ ਨੇ, ਉਸ ਦਾ ਇੱਕ ਅੱਛਾ ਲਾਈਫ ਸਟਾਈਲ ਹੋ ਜਾਂਦਾ ਹੈ। ਉਹਦੀ ਜਿਹੜੀ ਲਾਈਫ ਹੈ ਉਹ ਸੁਖੀ ਹੋ ਜਾਂਦੀ ਹੈ। ਲੇਕਿਨ ਉਸ ਦੇ ਮਨ ਦੇ ਵਿੱਚ ਆਨੰਦ ਹੈ ਜਾਂ ਨਹੀਂ ਹੈ, ਇਹ ਕੁਐਸਚਨੇਬਲ ਹੈ। ਮਨ ਦੇ ਵਿੱਚ ਆਨੰਦ ਜਿਹੜਾ ਹੈ ਉਹ ਗੁਰੂ ਸਾਹਿਬ ਇਹ ਕਹਿੰਦੇ ਨੇ ਉਸ ਵੇਲੇ ਆਉਂਦਾ ਹੈ ਜਿਸ ਵੇਲੇ ਕਿ ਉਹ ਇਨਸਾਨ ਜਿਹੜਾ ਹੈ ਉਸ ਪਰਮਾਤਮਾ ਦਾ ਨਾਮ ਸਿਮਰਦਾ ਹੈ ਔਰ ਆਪਣੇ ਮਨ ਦੇ ਵਿੱਚ ਜੋ ਉਸ ਦੇ ਇੱਕ ਆਲਸ ਹੈ, ਉਸ ਦੇ ਮਨ ਦੇ ਵਿੱਚ ਇੱਕ ਲੇਜ਼ੀਨੈਸ ਹੈ, ਦਲਿੱਦਰ ਹੈ, ਉਹ ਦਲਿੱਦਰ ਜਿਸ ਵੇਲੇ ਚਲਾ ਜਾਂਦਾ ਹੈ, ਉਸ ਵੇਲੇ ਉਸ ਦੇ ਮਨ 'ਚ ਇੱਕ ਆਨੰਦ ਜਿਹੜਾ ਹੈ ਉਹ ਪੈਦਾ ਹੁੰਦਾ ਹੈ। ਸੋ ਇਸ ਚੀਜ਼ ਨੂੰ ਹੋਰ ਵੀ ਕਈ ਥਾਵਾਂ ਦੇ ਉੱਤੇ, ਹੋਰ ਵੀ ਕਈ ਕੰਟੈਕਸਟ ਦੇ ਵਿੱਚ ਇਹ ਜਿਹੜੀ ਗੱਲ ਹੈ ਆਉਂਦੀ ਹੈ ਕਿ ਵੀ ਸੁੱਖ ਔਰ ਆਨੰਦ ਦੇ ਵਿੱਚ ਕੀ ਫਰਕ ਹੈ। ਸੁੱਖ ਜਿਹੜਾ ਇੱਕ ਫਿਜ਼ੀਕਲ ਮੈਨੀਫੈਸਟੇਸ਼ਨ ਹੈ ਕਿ ਜਿਸ ਵੇਲੇ ਸਾਡੇ ਕੋਲ ਆਲੇ ਦੁਆਲੇ ਬਹੁਤ ਚੰਗੀਆਂ ਚੀਜ਼ਾਂ ਨੇ, ਬਾਹਰ ਗਰਮੀ ਪੈ ਰਹੀ ਹੈ, ਮੇਰੇ ਕੋਲ ਏਸੀ ਲੱਗਾ, ਮੈਂ ਪੱਖੇ ਅੱਗੇ ਬੈਠਾ, ਮੈਂ ਸੁਖੀ ਹਾਂ। ਕੀ ਮੈਂ ਆਨੰਦ ਵਿੱਚ ਹਾਂ ਜਾਂ ਨਹੀਂ ਹਾਂ? ਕਿਉਂਕਿ ਉਹ ਵੀ ਗੁਰੂ ਸਾਹਿਬ ਹੋਏ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਹੜੇ ਕਿ ਤੱਤੀ ਤਵੀ ਦੇ ਉੱਤੇ ਬੈਠੇ ਸੀਗੇ। ਉੱਥੇ ਕੋਈ ਪੱਖਾ ਨਹੀਂ ਸੀਗਾ, ਕੋਈ ਉਹ ਹੋਰ ਕੋਈ ਠੰਡਾ ਪਾਣੀ ਨਹੀਂ ਸੀਗਾ, ਉਹਨਾਂ ਨੂੰ ਕਿਸੇ ਨੇ ਪਾਣੀ ਤੱਕ ਨਹੀਂ ਉਸ ਵੇਲੇ ਉਹਨਾਂ ਜ਼ਾਲਮਾਂ ਨੇ ਦਿੱਤਾ। ਲੇਕਿਨ ਗੁਰੂ ਸਾਹਿਬ ਨੇ ਕਿਹਾ ਤੇਰਾ ਭਾਣਾ ਮਿੱਠਾ ਲੱਗੇ। ਕਿਉਂ? ਕਿਉਂਕਿ ਉਹ ਇੱਕ ਆਨੰਦ ਦੀ ਅਵਸਥਾ ਵਿੱਚ ਸੀਗੇ। ਸੋ ਉਹ ਆਨੰਦ ਦੀ ਅਵਸਥਾ ਜਿਹੜੀ ਹੈ ਉਹ ਸੁੱਖ ਨਾਲੋਂ ਡਿਫਰੈਂਟ ਹੈ। ਉਹ ਤਾਂ ਆਉਂਦੀ ਹੈ ਜਿਸ ਵੇਲੇ ਕਿ ਇਨਸਾਨ ਜਿਹੜਾ ਹੈ ਆਪਣੇ ਮਨ ਨੂੰ ਉਸ ਪਰਮਾਤਮਾ ਦੇ ਨਾਲ ਜੋੜਦਾ ਹੈ। ਔਰ ਉਸ ਮਨ ਨੂੰ ਪਰਮਾਤਮਾ ਨਾਲ ਜੋੜਨ ਦਾ ਇੱਕ ਬੜਾ ਇੰਪੋਰਟੈਂਟ ਜਿਹੜਾ ਤਰੀਕਾ ਹੈ, ਕਾਲ ਟੂ ਐਕਸ਼ਨ, ਉਹ ਸਾਧ ਸੰਗਤ ਦੇ ਵਿੱਚ ਜਾਣਾ ਹੈ, ਜਿੱਥੇ ਜਾ ਕੇ ਇਨਸਾਨ ਜਿਹੜਾ ਹੈ ਉਸ ਦੇ ਮਨ ਦਾ ਜਿਹੜਾ ਆਲਸ ਹੈ, ਉਹ ਸਾਰਾ ਆਲਸ, ਲੇਜ਼ੀਨੈਸ ਜਿਹੜਾ ਖਤਮ ਹੋ ਜਾਂਦਾ ਹੈ। ਹੁਣ ਗੁਰੂ ਸਾਹਿਬ ਇਹ ਕਹਿੰਦੇ ਨੇ, ਉਹ ਇੱਕ ਹੁਣ ਸਾਡੀ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੀ ਅਸੀਂ ਕਰਦੇ ਕੀ, ਠੀਕ ਹੈ। ਇੱਕੋ ਸਾਨੂੰ ਸ਼ੀਸ਼ਾ ਵੀ ਦਿਖਾ ਰਹੇ ਨੇ, ਔਰ ਗੁਰੂ ਸਾਹਿਬ ਨੇ ਜਿਹੜਾ ਸ਼ੀਸ਼ਾ ਦਿਖਾਇਆ ਉਹ ਉਹਨਾਂ ਨੇ ਕਦੀ ਸਾਨੂੰ ਇਸ ਤਰ੍ਹਾਂ ਨਹੀਂ ਦਿਖਾਇਆ ਵੀ ਗੁਰੂ ਸਾਹਿਬ ਨੇ ਕਿਹਾ ਹੋਵੇ ਵੀ ਮੈਂ ਬਹੁਤ ਸੁਪੀਰੀਅਰ ਹਾਂ, ਤੁਸੀਂ ਇਨਫੀਰੀਅਰ ਹੋ, ਮੈਂ ਤੁਹਾਨੂੰ ਸ਼ੀਸ਼ਾ ਵਿਖਾ ਰਿਹਾ। ਗੁਰੂ ਸਾਹਿਬ ਨੇ ਆਪਣੇ ਆਪ ਨੂੰ ਐਗਜ਼ਾਮਪਲ ਬਣਾ ਕੇ ਇਹ ਗੱਲ ਕਹੀ। ਕਈ ਥਾਵਾਂ ਦੇ ਉੱਤੇ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਮੈਂ ਇਹ ਕਰ ਰਿਹਾ, ਇਹ ਉਹਨਾਂ ਦੀ ਹਿਊਮਿਲਿਟੀ ਹੈ, ਠੀਕ ਹੈ। ਔਰ ਪ੍ਰਮਾਤਮਾ ਦੇ ਕੋਲੋਂ ਬਖਸ਼ਿਸ਼ਾਂ ਮੰਗ ਰਹੇ ਨੇ। ਸੋ ਗੁਰੂ ਸਾਹਿਬ ਇਹ ਕਹਿ ਰਹੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਨੇ, ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸੇਰ। ਅਸੀਂ, ਸਾਡੀ ਜਿਹੜੀ ਲਾਈਫ ਹੈ ਉਹ ਇਸ ਕਿਸਮ ਦੀ ਹੈ ਕਿ ਜਿੱਥੇ ਸਾਨੂੰ ਕੋਈ ਚੰਗਿਆਈ ਕਰਨ ਦੀ ਲੋੜ ਹੁੰਦੀ ਹੈ ਉੱਥੇ ਅਸੀਂ ਆਲਸ ਕਰ ਜਾਂਦੇ ਹਾਂ। ਹੁਣ ਇਹ ਆਲਸ ਦਾ ਇੱਕ ਹੋਰ ਐਗਜ਼ਾਮਪਲ ਹੈ। ਇੱਕ ਤਾਂ ਅਸੀਂ ਇਹ ਐਗਜ਼ਾਮਪਲ ਆਲਸ ਦਾ ਕੀਤਾ ਨਾ ਵੀ ਅਸੀਂ ਆਪਣੇ ਘਰ ਦੇ ਕੰਮਕਾਜ ਜਿਹੜੇ ਨੇ ਉਹਨਾਂ ਦੇ ਵਿੱਚ ਸਲੋ ਹੋ ਗਏ, ਪ੍ਰੋਫੈਸ਼ਨਲੀ, ਐਜੂਕੇਸ਼ਨਲੀ, ਫਿਟਨੈਸ ਵੱਲੋਂ ਅਸੀਂ ਉਹ ਆਲਸ ਪਾ ਰਹੇ ਹਾਂ। ਫਿਰ ਅਸੀਂ ਇਹ ਵਿਚਾਰ ਕੀਤਾ ਵੀ ਗੁਰੂ ਸਾਹਿਬ ਕਹਿ ਰਹੇ ਵੀ ਨਿਤਨੇਮ ਦੇ ਵਿੱਚ ਆਲਸ ਨਾ ਕਰ, ਨਾਮ ਸਿਮਰਨ ਦੇ ਵਿੱਚ ਆਲਸ ਨਾ ਕਰ। ਪਰ ਇੱਕ ਸਿੱਖ ਦੀ ਇੰਪੋਰਟੈਂਟ ਜਿਹੜੀ ਲਾਈਫ ਦਾ ਹਿੱਸਾ ਹੈ ਉਹ ਹੈ ਉਸਦੀ ਕਮਿਊਨਿਟੀ ਸਰਵਿਸ, ਕਿ ਉਹ ਆਪਣੀ ਕਮਿਊਨਿਟੀ ਵਾਸਤੇ, ਆਪਣੇ ਆਲੇ ਦੁਆਲੇ ਦੇ ਲੋਕਾਂ ਵਾਸਤੇ ਕੀ ਕਰ ਰਿਹਾ ਹੈ, ਠੀਕ ਹੈ। ਆਪਾਂ ਪਹਿਲੇ ਵੀ ਵਿਚਾਰ ਕੀਤਾ ਸੀਗਾ ਕਿ ਗੁਰੂ ਸਾਹਿਬ ਨੇ ਇੱਕ ਵਰਡ ਦਿੱਤਾ ਹੈ, ਉਹਨੂੰ ਕਹਿੰਦੇ ਨੇ ਹਿਰਸ ਦੇ ਸਿੱਖ। ਹਿਰਸ ਦੇ ਸਿੱਖ ਉਹ ਨੇ ਜਿਹੜੇ ਕਿ ਅਗਰ ਕਮਿਊਨਿਟੀ ਸਰਵਿਸ ਕੋ ਕਰ ਰਹੇ ਨੇ ਤਾਂ ਉਹਦੇ ਪਿੱਛੇ ਉਹਨਾਂ ਦਾ ਇੱਕ ਮਕਸਦ ਹੈ। ਉਸ ਦੇ ਵਿੱਚ ਉਹਨਾਂ ਦਾ ਕੋਈ ਫਾਈਨੈਂਸ਼ੀਅਲ ਗੇਨ ਹੋ ਸਕਦਾ ਹੈ, ਉਸ ਦੇ ਵਿੱਚ ਕੋਈ ਉਹਨਾਂ ਦਾ ਪੋਲੀਟੀਕਲ ਪਰਪਸ ਹੋ ਸਕਦਾ ਹੈ। ਉਹ ਪਰਪਸ ਉਹਨਾਂ ਦਾ ਸੇਵਾ ਨਹੀਂ ਹੈ, ਉਹ ਪਰਪਸ ਉਹਨਾਂ ਦਾ ਉਸ ਦੇ ਵਿੱਚ ਆਪਣਾ ਇੱਕ ਸੈਲਫ ਪ੍ਰਮੋਸ਼ਨ ਹੈ, ਜਿਸ ਨੂੰ ਗੁਰੂ ਸਾਹਿਬ ਵਰਡ ਯੂਜ਼ ਕਰਦੇ ਨੇ ਹਿਰਸ ਦੇ ਸਿੱਖ। ਪਰ ਉਹ ਜਿਹੜੀ ਕਮਿਊਨਿਟੀ ਸਰਵਿਸ ਹੈ, ਗੁਰੂ ਸਾਹਿਬ ਹੁਣ ਇੱਥੇ ਉਸ ਚੀਜ਼ ਨੂੰ ਹੋਰ ਅੱਗੇ ਲੈ ਕੇ ਜਾ ਰਹੇ ਨੇ। ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਵੀ ਉਹ ਕਮਿਊਨਿਟੀ ਸਰਵਿਸ ਕਰਨ ਲੱਗਿਆ, ਚੰਗਿਆਈਆਂ ਕਰਨ ਲੱਗਿਆ, ਹੋਰਾਂ ਵਾਸਤੇ ਬੈਨੀਫਿਟ ਵਾਸਤੇ ਕੋਈ ਚੀਜ਼ ਕਰਨ ਲੱਗਿਆ ਅਸੀਂ ਆਲਸ ਕਰਦੇ ਹਾਂ। ਸੇਵਾ ਕਰਨੀ ਹੈ, ਚਲੋ ਛੱਡੋ, ਅੱਜ ਅਸੀਂ ਗੁਰਦੁਆਰੇ ਗਏ, ਮੱਥਾ ਟੇਕਿਆ, ਪ੍ਰਸ਼ਾਦਾ ਛਕਿਆ, ਘਰ ਆ ਗਏ, ਕੋਈ ਗੱਲ ਨਹੀਂ, ਅਗਲੀ ਵਾਰੀ ਜਾਵਾਂਗੇ ਤੇ ਲੰਗਰ 'ਚ ਸੇਵਾ ਕਰ ਲਾਂਗੇ, ਅਗਲੀ ਵਾਰੀ ਜਾਵਾਂਗੇ ਬਰਤਨਾਂ ਦੀ ਸੇਵਾ ਕਰ ਲਾਂਗੇ, ਠੀਕ ਹੈ। ਕੋਈ ਮੈਂ ਕਿਸੇ ਨੂੰ ਦੇਖਦਾ ਗਰੀਬ ਗੁਰਬੇ ਨੂੰ ਜਾਂ ਕਿਸੇ ਡਾਊਨ ਟ੍ਰੋਡਨ ਜਾਂ ਹੋਰ ਕਿਸੇ ਨੂੰ ਵੀ ਜਿਸ ਨੂੰ ਮੰਨ ਲਓ ਮੈਂ ਕੋਈ ਘੰਟਾ ਪੜ੍ਹਾ ਸਕਦਾ, ਐਜੂਕੇਸ਼ਨਲੀ ਉਸ ਨੂੰ ਸਪੋਰਟ ਕਰ ਸਕਦਾ, ਚਲੋ ਫੇਰ ਕਰ ਦਿਆਂਗੇ।
ਕਿਸੇ ਬੰਦੇ ਨੂੰ ਲਾਈਫ 'ਚ ਕੋਈ ਗਾਈਡੈਂਸ ਚਾਹੀਦੀ ਹੈ, ਕੋਈ ਸਟਰਗਲ ਕਰ ਰਿਹਾ, ਠੀਕ ਹੈ, ਤੇ ਮੈਂ ਕਹਿੰਦਾ ਵੀ ਕੋਈ ਗੱਲ ਨਹੀਂ, he'll be fine, ਠੀਕ ਹੈ, I'll see tomorrow, maybe I'll call him back in after 1 week. ਜਿਸ ਬੰਦੇ ਨੂੰ ਹੈਲਪ ਦੀ ਲੋੜ ਹੈ, ਜਿਸ ਨੂੰ ਸਪੋਰਟ ਦੀ ਲੋੜ ਹੈ, ਉਹਨੂੰ ਅੱਜ ਲੋੜ ਹੈ, ਉਹਨੂੰ ਹਫ਼ਤੇ ਬਾਅਦ ਲੋੜ ਨਹੀਂ ਹੈ। ਸੋ ਉਹ ਇੱਕ ਸਾਡੇ ਮਨ ਦਾ ਆਲਸ ਹੈ, ਜਿਸ ਦੇ ਵਿੱਚ ਕਿ ਅਸੀਂ ਚੰਗਿਆਈ ਕਰਨ ਲੱਗਿਆਂ ਆਲਸ ਕਰਦੇ ਹਾਂ, ਭਾਵੇਂ ਕਿਸੇ ਵੀ ਤਰ੍ਹਾਂ ਦੀ ਹੋਵੇ। ਪਰ ਗੁਰੂ ਸਾਹਿਬ ਕਹਿੰਦੇ ਬੁਰਿਆਈ ਹੋਏ ਸੇਰ, ਬੁਰਾ ਕੰਮ ਕਰਨ ਲੱਗਿਆਂ ਅਸੀਂ ਨਹੀਂ ਸੋਚਦੇ, ਠੀਕ ਹੈ, ਉਹ ਉਸੇ ਵੇਲੇ ਹੋ ਜਾਂਦੀ ਹੈ, ਰਾਈਟ। ਤੇ ਕੋਈ ਦੋ ਬੰਦੇ ਬੈਠੇ ਹੋਣ, ਵਿਦ ਆਲ ਡਿਊ ਰਿਸਪੈਕਟ, ਰਾਈਟ, ਕੋਈ ਦੋ ਬੰਦੇ ਬੈਠੇ ਹੋਣ, ਉਹ ਕਹਿਣ ਆ ਯਾਰ ਅੱਜ ਆਪਾਂ ਦੋ ਘੁੱਟ ਲਾਣੇ, ਬੋਤਲ ਲਾਣੀ ਹੈ, ਖੋਲਣੀ ਹੈ, ਉਸੇ ਵੇਲੇ ਖੋਲ ਕੇ ਬਹਿ ਜਾਣਗੇ। ਉਹਨੂੰ ਇਹ ਨਹੀਂ ਕਹਿਣਗੇ ਵੀ ਆਪਾਂ ਅਗਲੇ ਹਫ਼ਤੇ ਕਰ ਲਾਂਗੇ, ਠੀਕ ਹੈ। ਪਰ ਗੁਰੂ ਸਾਹਿਬ ਕਹਿੰਦੇ ਵੀ ਇਹਦਾ ਨੁਕਸਾਨ ਕੀ ਹੁੰਦਾ ਹੈ? ਨਾਨਕ ਅੱਜ ਕੱਲ ਆਪਸੀ ਗਾਫਲ ਫਾਹੀ ਪੈਰ। ਗਾਫਲ ਮਤਲਬ ਮੂਰਖ ਬੰਦਾ ਜਿਹੜਾ ਹੈ। ਗੁਰੂ ਸਾਹਿਬ ਕਹਿ ਰਹੇ ਵੀ ਮੂਰਖ ਇਨਸਾਨ, ਤੂੰ ਅੱਜ ਕੱਲ ਦੇ ਵਿੱਚ ਇਸ ਗੱਲ ਨੂੰ ਡਿਲੇ ਕਰੀ ਜਾ ਰਿਹਾ ਹੈ। ਜਿਹੜਾ ਫਾਹਾ ਤੇਰੇ ਗਲ 'ਚ ਲਟਕ ਰਿਹਾ ਹੈ ਜੰਮਾਂ ਦਾ, ਉਹ ਉਸ ਜਮਦੂਤ ਜਿਹੜਾ ਹੈ, ਉਸਨੇ ਉਹ ਫਾਹ ਜਿਹੜਾ ਉਹ ਅੱਜ ਖਿੱਚ ਲੈਣਾ ਜਾਂ ਕੱਲ ਖਿੱਚ ਲੈਣਾ, ਤੈਨੂੰ ਕੀ ਪਤਾ। ਤੂੰ ਕਹਿੰਦਾ ਮੈਂ ਅਗਲੇ ਹਫ਼ਤੇ ਚੰਗਿਆਈ ਕਰਾਂਗਾ, ਕੱਲ ਚੰਗਾ ਕੰਮ ਕਰਾਂਗਾ, ਜਾਂ ਕਿਸੇ ਦੀ ਸੇਵਾ ਕਰਾਂਗਾ, ਜਾਂ ਗੁਰਦੁਆਰੇ ਜਾਵਾਂਗਾ, ਪਤਾ ਨਹੀਂ ਤੈਨੂੰ ਕੱਲ ਦਾ ਮੌਕਾ ਮਿਲਣਾ ਵੀ ਹੈ ਕਿ ਨਹੀਂ ਮਿਲਣਾ। ਸੋ ਇਹ ਇੱਕ ਹੋਰ ਉਸ ਦਾ ਆਸਪੈਕਟ ਹੈ ਜੋ ਗੁਰਬਾਣੀ ਡੀਲ ਕਰਦੀ ਹੈ, ਕਿ ਆਲਸ ਜਿਹੜਾ ਹੈ ਉਹ ਸਿਰਫ ਸਾਨੂੰ ਇੱਕ ਪ੍ਰੋਫੈਸ਼ਨਲ ਜਾਂ ਐਜੂਕੇਸ਼ਨਲ ਜਾਂ ਫਿਟਨੈਸ ਵੱਲੋਂ ਲਾਸ ਨਹੀਂ ਕਰਵਾ ਰਿਹਾ, ਪਰ ਉਹ ਜਿਹੜਾ ਇੱਕ ਆਲਸ ਹੈ ਕਿਸੇ ਕੋਈ ਚੰਗਾ ਕੰਮ ਕਰਨ ਦੇ ਵਿੱਚ, ਉਹ ਹੋਰ ਵੀ ਕਈ ਥਾਵਾਂ ਦੇ ਉੱਤੇ ਸਾਡਾ ਨੁਕਸਾਨ ਕਰ ਰਿਹਾ ਹੈ। ਪਰ ਇਹੀ ਜਿਹੜੀ ਗੱਲ ਹੈ, ਇਸ ਬਾਰੇ ਬਾਰ-ਬਾਰ ਸਿਰਫ ਗੁਰੂ ਸਾਹਿਬ ਨੇ ਜ਼ਿਕਰ ਨਹੀਂ ਕੀਤਾ, ਹੋਰ ਵੀ ਜਿਹੜੇ ਭਗਤ ਹੋਏ ਨੇ ਗੁਰਬਾਣੀ ਦੇ ਵਿੱਚ, ਜਿਨ੍ਹਾਂ ਦੀ ਬਾਣੀ ਦਰਜ ਹੈ, ਉਹਨਾਂ ਨੇ ਵੀ ਇਸ ਦਾ ਬਾਰ-ਬਾਰ ਜ਼ਿਕਰ ਕੀਤਾ ਹੈ ਡਿਫਰੈਂਟ ਕੰਟੈਕਸਟ ਦੇ ਵਿੱਚ। ਭਗਤ ਨਾਮਦੇਵ ਜੀ ਜਿਹੜੇ ਨੇ, ਉਹਨਾਂ ਦਾ ਇੱਕ ਬੜਾ ਸੋਹਣਾ ਸ਼ਬਦ ਹੈ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਵੀ ਅਸਮੇਧ ਜਗਣੇ ਤੁਲਾ ਪੁਰਖ ਦਾਨੇ, ਵੀ ਤੂੰ ਅਸ਼ਵਮੇਘ ਯੱਗ ਜਿਹੜਾ ਹੈ ਉਹ ਕਰਦਾ। ਅਸ਼ਵਮੇਘ ਯੱਗ ਜਿਹੜਾ ਹੈ, ਇਹ ਪੁਰਾਣੇ ਟਾਈਮ ਦੇ ਵਿੱਚ ਕਿੰਗਸ ਕਰਦੇ ਹੁੰਦੇ ਸੀਗੇ, ਵੀ ਜਿੱਥੇ ਉਹ ਘੋੜਾ ਛੱਡਦੇ ਸੀਗੇ, ਜਿਹੜੇ ਕਿੰਗਡਮ ਦੇ ਵਿੱਚੋਂ ਘੋੜਾ ਨਿਕਲਦਾ ਸੀਗਾ, ਉਹ ਜਿਹੜੀ ਕਿੰਗਡਮ ਹੈ, ਉਹ ਕਹਿੰਦੇ ਸੀ ਵੀ ਉਹ ਸਾਡੀ ਹੈ, ਤੇ ਜੇ ਉਸ ਕਿੰਗਡਮ ਵਾਲੇ ਲੋਕੀ ਜਿਹੜੇ ਨੇ ਉਹ ਸਾਨੂੰ ਸਾਡੀ ਕਿੰਗਸ਼ਿਪ ਨੂੰ ਐਕਸੈਪਟ ਨਹੀਂ ਕਰਦੇ, ਤੇ ਫਿਰ ਉਹ ਸਾਨੂੰ ਫਾਈਟ ਕਰਨ, ਠੀਕ ਹੈ। ਸੋ ਗੁਰੂ ਸਾਹਿਬ ਕਹਿ ਰਹੇ ਵੀ ਤੂੰ ਆਪਣਾ ਰਾਜ ਜਿਹੜਾ ਹੈ ਉਹਨੂੰ ਐਕਸਪੈਂਡ ਕਰਨ ਵਾਸਤੇ ਅਸ਼ਵਮੇਘ ਯੱਗ ਕਰ ਰਿਹਾ ਹੈ। ਤੁਲਾ ਪੁਰਖ ਦਾਨੇ, ਠੀਕ ਹੈ, ਤੂੰ ਦਾਨ ਕਰ ਰਿਹਾ ਸੋਨੇ ਦਾ। ਤੁਲਾ ਮਤਲਬ ਵੀ ਜਿਹੜੀ ਉਹ ਹੁੰਦੀ ਹੈ ਤਕੜੀ, ਤਕੜੀ ਦੇ ਉੱਤੇ ਤੋਲ ਕੇ ਤੂੰ ਦਾਨ ਜਿਹੜਾ ਹੈ ਉਹ ਦੇ ਰਿਹਾ। ਪ੍ਰਾਗ ਇਸ਼ਨਾਨ ਕਰਨ ਜਾ ਰਹੇ ਆ, ਜਿਹੜੇ ਜਿੰਨੇ ਵੀ ਤੀਰਥ ਦੇ ਜਗ੍ਹਾ ਹੈਗੇ ਨੇ, ਵੀ ਤੂੰ ਉਹਨਾਂ ਤੀਰਥਾਂ ਦੇ ਉੱਤੇ ਜਾ ਕੇ ਇਸ਼ਨਾਨ ਕਰ ਰਿਹਾ ਹੈ। ਤੋ ਨਾ ਪੂਜੇ ਹਰ ਕੀਰਤ ਨਾਮਾ, ਲੇਕਿਨ ਉਸ ਪਰਮਾਤਮਾ ਨੂੰ ਤੂੰ ਯਾਦ ਨਹੀਂ ਕਰ ਰਿਹਾ, ਉਸ ਪਰਮਾਤਮਾ ਨੂੰ ਤੂੰ ਆਪਣੇ ਮਨ ਦੇ ਵਿੱਚ ਸਿਮਰ ਨਹੀਂ ਰਿਹਾ। ਆਪਣੇ ਰਾਮੇ ਭਜ ਰੇ ਮਨ ਆਲਸੀਆ, ਵੀ ਉਹ ਭਗਤ ਜੀ ਜਿਹੜੇ ਨੇ ਉਹ ਆਪਣੇ ਮਨ ਨੂੰ ਇਹ ਗੱਲ ਕਹਿ ਰਹੇ ਨੇ ਕਿ ਹੇ ਮਨਾ, ਤੂੰ ਆਲਸੀ ਹੈ, ਉਸ ਪਰਮਾਤਮਾ ਨੂੰ ਯਾਦ ਕਿਉਂ ਨਹੀਂ ਕਰ ਰਿਹਾ। ਹੋਰ ਇੰਨਾ ਕੁਝ ਤੂੰ ਕਰ ਰਿਹਾ, ਯੱਗ ਕਰ ਰਿਹਾ, ਹੋਰ ਤੂੰ ਤੋਲ ਕੇ ਲੋਕਾਂ ਨੂੰ ਸੋਨਾ ਵੰਡ ਰਿਹਾ, ਠੀਕ ਹੈ, ਤੀਰਥਾਂ ਤੇ ਜਾ ਕੇ ਤੂੰ ਨਹਾ ਰਿਹਾ, ਪਰ ਉਸ ਪਰਮਾਤਮਾ ਨੂੰ ਯਾਦ ਕਿਉਂ ਨਹੀਂ ਕਰ ਰਿਹਾ। ਗਿਆ ਪਿੰਡ ਭਰਤਾ ਬਨਾਰਸ ਅਸ ਬਸਤਾ, ਮੁਖ ਵੇਦ ਚਤਰ ਪੜਤਾ, ਵੇਦ ਪੜਦਾ ਬਨਾਰਸ ਦੇ ਵਿੱਚ ਤੂੰ ਆਪਣਾ ਘਰ ਬਣਾ ਲਿਆ ਜਾ ਕੇ, ਠੀਕ ਹੈ। ਉਸ ਟਾਈਮ ਦੇ ਉੱਤੇ ਮੰਨਿਆ ਜਾਂਦਾ ਸੀਗਾ, ਲੋਕੀ ਜਿਹੜੇ ਸੀਗੇ ਜਿਸ ਵੇਲੇ ਉਹਨਾਂ ਦੀ ਵੱਡੀ ਉਮਰ ਹੋ ਜਾਂਦੀ ਸੀਗੀ, ਤੇ ਉਹ ਇਹ ਸਮਝਦੇ ਸੀਗੇ ਵੀ ਇਹ ਜਿਹੜੇ ਤੀਰਥ ਵਾਲੀਆਂ ਜਗ੍ਹਾ ਨੇ ਬਨਾਰਸ ਵਰਗੀਆਂ, ਵੀ ਜੇ ਅਸੀਂ ਉੱਥੇ ਜਾ ਕੇ ਰਹਿਣ ਲੱਗ ਪਈਏ ਔਰ ਸਾਡਾ ਲਾਸਟ ਟਾਈਮ ਜਿਹੜਾ ਉੱਥੇ ਆਵੇ, ਤੇ ਫਿਰ ਅਸੀਂ ਸਿੱਧੇ ਹੈਵਨਸ 'ਚ ਜਾਵਾਂਗੇ, ਸਵਰਗਾਂ 'ਚ ਜਾਵਾਂਗੇ। ਇਹ ਇੱਕ ਉਸ ਵੇਲੇ ਦੀ ਧਾਰਨਾ ਬਣੀ ਹੋਈ ਸੀ, ਠੀਕ ਹੈ। ਇਸੇ ਕਰਕੇ ਕਬੀਰ ਜੀ ਦਾ ਜ਼ਿਕਰ ਆਉਂਦਾ, ਵੀ ਕਬੀਰ ਜੀ ਨੇ ਕਿਹਾ ਵੀ ਮੈਂ ਉੱਥੇ ਦੇ ਰਹਿਣ ਵਾਲੇ ਸੀਗੇ, ਪਰ ਉਹਨਾਂ ਨੇ ਕਿਹਾ ਵੀ ਮੈਂ ਇਸ ਸ਼ਹਿਰ 'ਚ ਨਹੀਂ ਮਰਨਾ, ਬਿਕੋਜ਼ ਜੇ ਮੇਰਾ ਸਵਰਗ ਦੇ ਵਿੱਚ ਜਾਣਾ ਜਿਹੜਾ ਹੈ ਉਹ ਇਸ ਚੀਜ਼ ਤੇ ਡਿਪੈਂਡ ਕਰਦਾ ਹੈ ਕਿ ਮੈਂ ਕਿਹੜੇ ਸ਼ਹਿਰ 'ਚ ਰਹਿ ਰਿਹਾ, ਤੇ ਫਿਰ ਮੈਂ ਬਨਾਰਸ 'ਚ ਨਹੀਂ ਰਹਿਣਾ। ਉਹ ਸ਼ਹਿਰ ਛੱਡ ਕੇ ਚਲੇ ਗਏ ਸੀ, ਔਰ ਉਹਨਾਂ ਦੀ ਡੈਥ ਕਿਤੇ ਹੋਰ ਹੋਈ ਸੀ। ਸੋ ਇਹ ਉਹਨਾਂ ਦਾ ਇੱਕ ਸ਼ਬਦ ਵੀ ਆਉਂਦਾ ਹੈ। ਸੋ ਭਗਤ ਨਾਮਦੇਵ ਜੀ ਇਸ ਸ਼ਬਦ 'ਚ ਕਹਿ ਰਹੇ ਨੇ ਵੀ ਤੂੰ ਬਨਾਰਸ ਜਾ ਕੇ ਬਹਿ ਗਿਆ,
वेद पढ़ रहे हैं, अश्वमेघ यज्ञ कर रहे हैं, होर कई चीज़ां कर रहे हैं, पर तेरे मन च अजे भी इन्ना आलस है कि तू जिस परमात्मा नूं याद करना तू ਉਹਨੂੰ याद तो कर ही नहीं। ਇਸੇ ਤਰ੍ਹਾਂ ਭਗਤ ਤਰਲੋਚਨ ਜੀ ਜਿਹੜੇ ਨੇ, ਉਹਨਾਂ ਦਾ ਵੀ ਇੱਕ ਬਹੁਤ ਸੋਹਣਾ ਸ਼ਬਦ ਹੈ, ਜਿਸ ਦੇ ਵਿੱਚ ਕਿ ਉਹ ਤਾਂ ਇਹ ਕਹਿੰਦੇ ਨੇ ਕਿ ਇਨਸਾਨ ਜਿਹੜਾ ਹੈ ਉਹ ਆਪਣੇ ਇਸ ਆਲਸ ਦੇ ਵਿੱਚ ਪੂਰਾ ਦਾ ਪੂਰਾ ਆਪਣਾ ਜਿਹੜਾ ਜਨਮ ਹੈ ਉਹ ਜਨਮ ਗਵਾ ਦਿੰਦਾ ਹੈ। ਉਹ ਕਹਿੰਦੇ ਵੀ ਅਨਕ ਅਨਕ ਭੋਗ ਰਾਜ ਬਿਸਰੇ, ਖਾਣ ਪੀਣ ਦੀਆਂ ਚੀਜ਼ਾਂ, ਹੋਰ ਜਿਹੜੀਆਂ ਵਰਲਡਲੀ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਇੰਜੋਏ ਕਰਦੇ ਹਾਂ, ਉਹ ਕਹਿੰਦੇ ਵੀ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਚੀਜ਼ਾਂ ਨੇ ਤੂੰ ਉਹਨਾਂ ਨੂੰ ਇੰਜੋਏ ਕਰ ਰਿਹਾ, ਖਾਣ ਪੀਣ ਦੀਆਂ, ਪਹਿਨਣ ਦੀਆਂ। ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ, ਇਨਸਾਨ ਜਿਹੜਾ ਹੈ ਉਹ ਇਸ ਦੁਨੀਆ ਦੇ ਵਿੱਚ ਬੈਠਾ ਉਹਨਾਂ ਕੰਫਰਟਸ ਨੂੰ ਇੰਜੋਏ ਕਰਦਾ ਇਹ ਸੋਚ ਕੇ ਕਿ ਵੀ ਮੈਂ ਤਾਂ ਸਾਰੀ ਉਮਰ ਇੱਥੇ ਬੈਠਾ ਰਹਿਣਾ, ਮੈਂ ਅਮਰ ਹਾਂ, ਮੈਂ ਤਾਂ ਕਦੀ ਮਰਨਾ ਹੀ ਨਹੀਂ ਹੈ। ਉਹ ਉਹਨਾਂ ਫਿਜ਼ੀਕਲ ਜਿਹੜੀਆਂ ਚੀਜ਼ਾਂ ਨੇ ਜਿਸ ਨੂੰ ਗੁਰਬਾਣੀ ਕਈ ਵਾਰੀ ਮਾਇਆ ਵੀ ਕਹਿੰਦੀ ਹੈ ਕਿ ਵੀ ਉਸ ਦੇ ਵਿੱਚ ਉਹ ਉਲਝਿਆ ਰਹਿੰਦਾ ਹੈ, ਉਹਨਾਂ ਇੰਜੋਇਮੈਂਟਸ ਦੇ ਵਿੱਚ, ਭਾਵੇਂ ਉਹ ਖਾਣ ਪੀਣ ਦੀਆਂ ਚੀਜ਼ਾਂ ਨੇ, ਪਹਿਨਣ ਦੀਆਂ ਨੇ, ਘਰ ਦੀਆਂ ਨੇ, ਉਹ ਵੀ ਇੰਜੋਏ ਕਰਨੀਆਂ ਚਾਹੀਦੀਆਂ। ਪਰ ਭਗਤ ਜੀ ਇਹ ਕਹਿ ਰਹੇ ਵੀ ਉਹਨਾਂ ਚੀਜ਼ਾਂ ਦੇ ਵਿੱਚ ਇਨਸਾਨ ਜਿਹੜਾ ਗਵਾਚਾ ਰਹਿੰਦਾ ਇਹ ਸੋਚ ਕੇ ਕਿ ਵੀ ਮੈਂ ਤਾਂ ਅਮਰ ਹਾਂ, ਮੈਂ ਤਾਂ ਕਦੀ ਮਰਨਾ ਹੀ ਨਹੀਂ, ਮੈਂ ਤਾਂ ਸਾਰੀ ਉਮਰ ਇਹਨਾਂ ਚੀਜ਼ਾਂ ਨੂੰ ਇੰਜੋਏ ਕਰੀ ਜਾਣਾ। ਪਰ ਉਹ ਕਹਿੰਦੇ ਵੀ ਮਾਇਆ ਮੂਠਾ ਚੇਤਸ ਨਹੀਂ, ਉਹਨੂੰ ਉਸ ਮਾਇਆ ਦੇ ਵਿੱਚ ਗਵਾਚਾ ਹੋਇਆ ਬੰਦਾ ਜਿਹੜਾ, ਉਹਨੂੰ ਚੇਤੇ ਨਹੀਂ ਹੈ ਕਿ ਜਨਮ ਗਵਾਇਆ ਆਲਸੀਆ, ਕਿ ਇਸ ਚੱਕਰ ਦੇ ਵਿੱਚ, ਇਸ ਮਾਇਆ ਦੇ ਵਿੱਚ, ਇਹਨਾਂ ਚੀਜ਼ਾਂ ਦੇ ਵਿੱਚ ਮੇਰਾ ਜਨਮ ਸਾਰਾ ਦਾ ਸਾਰਾ ਜਿਹੜਾ ਵਿਅਰਥ ਚਲਾ ਜਾਂਦਾ। ਆਪਾਂ ਪਹਿਲੇ ਵੀ ਦੇਖਿਆ ਵੀ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਵੀ ਕਿਸ ਤਰ੍ਹਾਂ ਜਿਹੜਾ ਜੰਮ ਦਾ ਫਾਇਆ ਹੈ, ਜਾਂ ਜਿਹੜੀ, ਬਿਕੋਜ਼ ਇੱਕ ਚੀਜ਼ ਆਪਾਂ ਇਹ ਐਕਸੈਪਟ ਹਮੇਸ਼ਾ ਕਰਦੇ ਹਾਂ ਕਿ ਵੀ ਦੀ ਓਨਲੀ ਇਟਰਨਲ ਟਰੂਥ ਇਨ ਦਿਸ ਲਾਈਫ ਇਜ਼ ਡੈਥ। ਹਰ ਇਨਸਾਨ ਜਿਸ ਦਾ, ਜਾਂ ਹਰ ਚੀਜ਼ ਜਿਸ ਦਾ ਜਨਮ ਹੋਇਆ, ਕੋਈ ਪੇੜ ਪੌਦਾ, ਇਨਸਾਨ ਹੈ, ਜਨਮ ਕੋਈ ਜਾਨਵਰ ਹੈ, ਜਿਹੜਾ ਜਨਮ ਹੋਇਆ ਉਸਨੇ ਇੱਕ ਦਿਨ ਉਸ ਦਾ ਸਰੀਰ ਜਿਹੜਾ ਖਤਮ ਹੋਣਾ। ਸੋ ਉਹ ਵਾਲਾ ਸਾਈਕਲ ਕੰਪਲੀਟ ਹੋਣਾ ਹੀ ਹੋਣਾ। ਸੋ ਉਸ ਸਾਈਕਲ ਦਾ ਸਾਨੂੰ ਪਤਾ ਹੈ ਵੀ ਜੇ ਕੰਪਲੀਟ ਹੋਣਾ ਹੈ ਤੇ ਫਿਰ ਗੁਰਬਾਣੀ ਬਾਰ-ਬਾਰ ਸਾਨੂੰ ਇਹ ਕਹਿ ਰਹੀ ਹੈ ਕਿ ਅਸੀਂ ਇਸ ਗੱਲ ਦਾ ਫਿਰ ਆਲਸ ਕਿਉਂ ਕਰੀਏ ਕਿ ਵੀ ਅਸੀਂ ਉਸ ਪ੍ਰਮਾਤਮਾ ਦਾ ਜਿਹੜਾ ਨਾਂ ਹੈ ਉਸ ਨੂੰ ਅਸੀਂ ਚੇਤੇ ਨਾ ਕਰੀਏ। ਸੋ ਪਹਿਲੇ ਵੀ ਆਪਾਂ ਇਸ ਬਾਰੇ ਵਿਚਾਰ ਕੀਤਾ ਹੈ ਕਿ ਵੀ ਆਪਾਂ ਦੇਖਿਆ ਵੀ ਕਿਸ ਤਰ੍ਹਾਂ ਇਹ ਜਿਹੜਾ ਇੱਕ ਆਲਸ ਤੋਂ ਗੁਰੂ ਸਾਹਿਬ ਸਾਨੂੰ ਰੋਕਣ ਦੀ ਗੱਲ ਕਰ ਰਹੇ ਨੇ, ਵੀ ਇਹ ਆਲਸ ਤੋਂ ਰੋਕਣ ਦੀ ਗੱਲ ਦਾ ਉਹ ਬਾਰ-ਬਾਰ ਜ਼ਿਕਰ ਕਰਦੇ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਬਕਾਇਦਾ ਆਪਣੇ ਇੱਕ ਹੁਕਮਨਾਮੇ ਦੇ ਵਿੱਚ ਦਰਜ ਕੀਤਾ ਹੈ। ਅਸੀਂ ਇਹ ਦੇਖਿਆ ਵੀ ਹਾਊਸ ਹੋਲਡ ਦੇ ਵਿੱਚ, ਹੋਰ ਚੀਜ਼ਾਂ ਦੇ ਵਿੱਚ, ਆਪਣੀ ਸਪਿਰਿਚੁਅਲ ਲਾਈਫ ਦੇ ਵਿੱਚ ਕਿਸ ਤਰ੍ਹਾਂ ਅਸੀਂ ਲੇਜ਼ੀ ਹੋ ਜਾਂਦੇ ਹਾਂ, ਆਲਸ ਹੋ ਜਾਂਦੇ ਹਾਂ, ਔਰ ਗੁਰਬਾਣੀ ਕੀ ਕਹਿ ਰਹੀ ਹੈ। ਔਰ ਫਿਰ ਅਸੀਂ ਇਹ ਵੀ ਦੇਖਿਆ ਕਿ ਵੀ ਇੱਕ ਕਾਲ ਟੂ ਐਕਸ਼ਨ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਦਿੱਤਾ, ਉਹ ਕਾਲ ਟੂ ਐਕਸ਼ਨ ਕੀ ਹੈ ਕਿ ਆਲਸ ਨੂੰ ਉਹਨਾਂ ਨੇ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਆਲਸ ਤੋਂ ਆਪਣੇ ਆਪ ਨੂੰ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ, ਆਪਣੇ ਆਪ ਨੂੰ ਅਸੀਂ ਆਲਸ ਤੋਂ ਬਚਾਉਣਾ ਕਿੱਦਾਂ। ਔਰ ਉਸ ਬਾਰੇ ਉਹ ਇਹ ਗੱਲ ਕਹਿੰਦੇ ਨੇ ਕਿ ਸੰਗਤ ਜਿਹੜੀ ਹੈ ਗੁਰੂ ਦੀ, ਜਾਂ ਚੰਗੇ ਬੰਦਿਆਂ ਦੀ ਜਿਹੜੀ ਸੰਗਤ ਹੈ, ਉਸ ਸੰਗਤ ਦੇ ਵਿੱਚ ਅਸੀਂ ਜਾਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਉਸ ਸੰਗਤ ਦੇ ਨਾਲ ਸਾਨੂੰ ਇੰਸਪੀਰੇਸ਼ਨ ਮਿਲਦੀ ਹੈ, ਸਾਨੂੰ ਮੋਟੀਵੇਸ਼ਨ ਮਿਲਦੀ ਹੈ, ਔਰ ਉਸ ਇੰਸਪੀਰੇਸ਼ਨ ਔਰ ਮੋਟੀਵੇਸ਼ਨ ਕਰਕੇ ਇਨਸਾਨ ਜਿਹੜਾ ਹੈ ਉਸ ਦੇ ਮਨ ਦੇ ਵਿੱਚੋਂ ਆਲਸ ਚਲਾ ਜਾਂਦਾ ਹੈ। ਅਸੀਂ ਫਿਟਨੈਸ ਵਾਲੇ ਵੀ ਜਿਸ ਵੇਲੇ ਦੇਖਦੇ ਹਾਂ, ਕੋਈ ਯੋਗਾ ਕਰਦਾ ਹੈ, ਕੋਈ ਐਕਸਰਸਾਈਜ਼ ਕਰਦਾ ਹੈ, ਕੋਈ ਹੋਰ ਕੋਈ ਚੀਜ਼ ਕਰਦਾ ਹੈ, ਕਈ ਲੋਕੀ ਹੁੰਦੇ ਨੇ ਉਹ ਕੀ ਕਰਦੇ ਨੇ ਕਿ ਵੀ ਆਪਣੇ ਘਰ 'ਚ ਉਹ ਛੋਟਾ ਮੋਟਾ ਜਿਮ ਬਣਾ ਲੈਂਦੇ ਨੇ, ਠੀਕ ਹੈ। ਪਰ ਜਿਨ੍ਹਾਂ ਨੇ ਆਪਣੇ ਘਰ 'ਚ ਜਿਮ ਬਣਾਇਆ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਏਗਾ, ਉਹ ਇਸ ਗੱਲ ਨੂੰ ਜ਼ਰੂਰ ਐਕਸੈਪਟ ਕਰਨਗੇ ਕਿ ਤੁਹਾਨੂੰ ਅਕਸਰ ਆਲਸ ਆ ਜਾਂਦਾ ਹੈ। ਬੰਦਾ ਕਹਿੰਦਾ ਵੀ ਠੀਕ ਹੈ, ਮੇਰੇ ਕੋਲ ਮੇਰੀ ਟ੍ਰੈਡਮਿਲ ਹੈਗੀ ਹੈ, ਅੱਜ ਨਾ ਸੀ ਮੈਂ ਕੱਲ ਕਰ ਲਾਂਗਾ। ਪਰ ਜਿੱਥੇ ਤੁਹਾਨੂੰ ਪਤਾ ਹੋਵੇ ਵੀ ਮੈਂ ਜਿਮ ਜਾਣਾ ਹੈ, ਜਾਂ ਮੈਂ ਕਿਸੇ ਗਰੁੱਪ ਦੇ ਨਾਲ ਜਾ ਕੇ ਐਕਸਰਸਾਈਜ਼ ਕਰਨੀ ਹੈ, ਜਾਂ ਮੈਂ ਕਿਸੇ ਗਰੁੱਪ ਦੇ ਵਿੱਚ ਜਾ ਕੇ ਯੋਗਾ ਕਰਨੀ ਹੈ, ਉੱਥੇ ਬੰਦਾ ਆਲਸ ਨਹੀਂ ਕਰਦਾ, ਕਿਉਂਕਿ ਉਸ ਨੂੰ ਜਿਹੜੇ ਹੋਰ ਉਹ ਸਾਥੀ ਸੰਗੀ ਨੇ ਉਸ ਯੋਗਾ ਵਾਲੇ ਗਰੁੱਪ ਦੇ ਵਿੱਚ, ਉਸ ਜਿਮ ਦੇ ਵਿੱਚ, ਉਹ ਉਸ ਨੂੰ ਇਨਸਪਾਇਰ ਕਰ ਰਹੇ ਨੇ, ਉਹਨਾਂ ਵੱਲ ਦੇਖ ਕੇ ਉਸ ਦੇ ਵਿੱਚ ਮੋਟੀਵੇਸ਼ਨ ਆਉਂਦੀ ਹੈ। ਕੋਈ ਬੰਦਾ ਤੁਸੀਂ ਉਸ ਨੂੰ ਫੁੱਟਬਾਲ ਦੇ ਦਿਓ ਔਰ ਉਹਨੂੰ ਗਰਾਊਂਡ 'ਚ ਭੇਜ ਦਿਓ ਵੀ ਤੂੰ ਕੱਲਾ ਜਾ ਕੇ ਫੁੱਟਬਾਲ ਖੇਡ ਆ, ਉਹ 5-10 ਮਿੰਟ ਫੁੱਟਬਾਲ ਨੂੰ ਇੱਧਰ ਉੱਧਰ ਕਿੱਕ ਕਰੇਗਾ, ਉਸ ਤੋਂ ਬਾਅਦ ਉਹ ਬੋਰ ਹੋ ਕੇ ਘਰ ਆ ਜਾਏਗਾ। ਪਰ ਜੇ ਉੱਥੇ ਉਹਦੇ ਨਾਲ 10-15 ਪਲੇਅਰ ਹੋਰ ਹੋਣ ਤੇ ਉਹਨਾਂ ਦੇ ਨਾਲ ਉਹ ਰਲ ਕੇ ਪੂਰੀ ਆਪਣੀ ਗੇਮ ਖੇਡੇਗਾ, ਫਿਰ ਉਹਨੂੰ ਪਤਾ ਹੀ ਨਹੀਂ ਲੱਗੇਗਾ ਵੀ ਕਿਸ ਵੇਲੇ ਘੰਟਾ 2 ਘੰਟਾ ਉਹਦਾ ਨਿਕਲ ਗਿਆ। ਸੋ ਉਹ ਹੋਰ ਲੋਕਾਂ ਦੇ ਨਾਲ
ਅਸੀਂ ਜਿਸ ਵੇਲੇ ਸੰਗਤ ਕਰਦੇ ਹਾਂ ਉਸ ਤੋਂ ਸਾਨੂੰ ਇਨਸਪੀਰੇਸ਼ਨ ਮਿਲਦੀ ਹੈ। ਔਰ ਉਹੀ ਗੱਲ ਗੁਰੂ ਸਾਹਿਬ ਕਹਿ ਰਹੇ ਨੇ ਕਿ ਵੀ ਤੂੰ ਆਪਣਾ ਨਾਮ ਸਿਮਰਨ ਦੇ ਵਿੱਚ ਜਿਹੜਾ ਤੇਰਾ ਆਲਸ ਹੈ, ਉਸ ਆਲਸ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੂੰ ਚੰਗੇ ਬੰਦਿਆਂ ਦੀ, ਸੰਤਾਂ ਦੀ ਸੰਗਤ ਕਰ, ਜਿਹੜੇ ਕਿ ਉਸ ਪ੍ਰਮਾਤਮਾ ਦੇ ਰਾਹ ਤੇ ਆਲਰੇਡੀ ਚੱਲ ਰਹੇ ਨੇ। ਸੋ ਗੁਰੂ ਸਾਹਿਬ ਕਹਿੰਦੇ ਨੇ ਵੀ ਸੋਈ ਰਹੀ ਪ੍ਰਭ ਖਬਰ ਨਾ ਜਾਣੀ। ਇੱਕ ਆਮ ਬੰਦਾ ਜਿਹੜਾ ਹੈ, ਜਿਸ ਤਰ੍ਹਾਂ ਆਪਾਂ ਪਹਿਲੇ ਵੀ ਜ਼ਿਕਰ ਕੀਤਾ ਵੀ ਇਨਸਾਨ ਸੁੱਤਾ ਹੋਇਆ ਹੈ, ਲੇਜ਼ੀ ਹੈ, ਉਸ ਨੂੰ ਉਸ ਪ੍ਰਮਾਤਮਾ ਦੀ ਖਬਰ ਨਹੀਂ ਹੈ। ਭੋਰ ਪਿਆ ਬਹੁਰ ਪਛਤਾਨੀ, ਪਰ ਇਹ ਹੈ ਵੀ ਜਿਸ ਵੇਲੇ ਟਾਈਮ ਨਿਕਲ ਜਾਂਦਾ ਫਿਰ ਇਨਸਾਨ ਜਿਹੜਾ ਉਹ ਪਛਤਾਉਂਦਾ ਹੈ। ਪ੍ਰਿਯ ਪ੍ਰੇਮ ਸਹਿਜ ਮਨ ਆਨੰਦ ਤਰੋਰੀ। ਹੁਣ ਕਾਲ ਟੂ ਐਕਸ਼ਨ ਦੇ ਰਹੇ ਨੇ ਕਿ ਇਹ ਇਨਸਾਨ ਆਪਣੇ ਮਨ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਜਿਹੜਾ ਹੈ ਉਸ ਨੂੰ ਧਰ। ਪ੍ਰਭ ਮਿਲਬੇ ਕੀ ਲਾਲਸਾ ਤਾਂ ਤੇ ਆਲਸ ਕਹਾ ਕਰੋਰੀ। ਸੋ ਉਸ ਪਰਮਾਤਮਾ ਨੂੰ ਮਿਲਣ ਦੀ ਜਿਸ ਵੇਲੇ ਤੇਰੇ ਮਨ ਦੇ ਵਿੱਚ ਲਾਲਸਾ ਪੈਦਾ ਕਰ, ਤਾਂ ਕਿ ਤੇਰੇ ਮਨ ਦਾ ਜਿਹੜਾ ਆਲਸ ਹੈ ਉਹ ਚਲਾ ਜਾਵੇ, ਜਾਂ ਉਹ ਕਹਿ ਰਹੇ ਨੇ ਵੀ ਆਲਸ ਨਾ ਕਰ। ਸੋ ਇਹ ਜਿਹੜੀ ਚੀਜ਼ ਹੈ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਕਿ ਇਸ ਦੇ ਵਿੱਚ ਹੁਣ ਅੱਗੇ ਗੁਰੂ ਸਾਹਿਬ ਇੱਕ ਬੜੀ ਇੰਟਰਸਟਿੰਗ ਗੱਲ ਇਸ ਸ਼ਬਦ 'ਚ ਕਹਿੰਦੇ, ਮੈਂ ਤਾਂ ਹੀ ਉਹਨੂੰ ਹਾਈਲਾਈਟ ਕੀਤੀ ਵੀ ਦੋਸ ਨਾਹੀ ਪ੍ਰਭ ਕਰਨੇ ਹਾਰੇ। ਵੀ ਉਹ ਜਿਹੜਾ ਪਰਮਾਤਮਾ ਹੈ ਤੇਰੇ ਮਨ ਦੇ ਵਿੱਚ ਜਿਹੜਾ ਇੱਕ ਆਲਸ ਬਣਿਆ ਹੋਇਆ, ਇਸ ਆਲਸ ਕਰਕੇ ਤੂੰ ਉਹਦਾ ਨਾਮ ਨਹੀਂ ਸਿਮਰਦਾ ਜਾਂ ਕੋਈ ਚੰਗਾ ਕੰਮ ਨਹੀਂ ਕਰਦਾ, ਇਸ 'ਚ ਉਹਦਾ ਕਸੂਰ ਨਹੀਂ ਹੈ, ਇਸ 'ਚ ਤੇਰਾ ਕਸੂਰ ਹੈ। ਉਹਨੇ ਤੈਨੂੰ ਅੱਛੀ ਲਾਈਫ ਦਿੱਤੀ ਹੈ, ਅੱਛੀ ਸਿਹਤ ਦਿੱਤੀ ਹੈ। ਕੱਲ ਨੂੰ ਜਿਸ ਵੇਲੇ ਤੇਰੀ ਸਿਹਤ ਅੱਛੀ ਨਹੀਂ ਰਹੇਗੀ, ਬੈਠ ਕੇ ਤੂੰ ਸੰਗਤ ਨਹੀਂ ਕਰ ਸਕੇਗਾ, ਬੈਠ ਕੇ ਤੂੰ ਨਿਤਨੇਮ ਨਹੀਂ ਕਰ ਸਕੇਗਾ, ਖੜਾ ਹੋ ਕੇ ਅਰਦਾਸ ਨਹੀਂ ਕਰ ਸਕੇਗਾ, ਤੇ ਫਿਰ ਉਸ ਵੇਲੇ ਕੀ ਕਰੇਗਾ? ਹੁਣ ਅੱਜ ਜਿਸ ਵੇਲੇ ਤੇਰੇ ਕੋਲ ਮੌਕਾ ਹੈ, ਵਾਈ ਡੋਂਟ ਯੂ ਡੂ ਇਟ? ਇਸ 'ਚ ਉਸ ਪਰਮਾਤਮਾ ਦਾ ਕੋਈ ਕਸੂਰ ਨਹੀਂ ਹੈ। ਔਰ ਕਾਲ ਟੂ ਐਕਸ਼ਨ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਗੁਰੂ ਸਾਹਿਬ ਕਹਿੰਦੇ ਵੀ ਸਾਧ ਸੰਗ ਮਿਟੇ ਭ੍ਰਮ ਅੰਧਾਰੇ, ਨਾਨਕ ਮੇਲੀ ਸਿਰਜਣਹਾਰੇ। ਵੀ ਸਾਧ ਸੰਗਤ ਜਿਹੜੀ ਹੈ ਉਸ ਦੀ ਕੰਪਨੀ ਦੇ ਵਿੱਚ ਜਾ, ਜਿੰਨੇ ਵੀ ਤੇਰੇ ਮਨ ਦੇ ਵਿੱਚ ਭਰਮ ਨੇ, ਸ਼ੰਕਾਵਾਂ ਨੇ, ਉਹ ਸਭ ਸ਼ੰਕਾਵਾਂ ਦੂਰ ਹੋ ਜਾਣਗੀਆਂ ਔਰ ਤੇਰੇ ਮਨ ਦਾ ਜਿਹੜਾ ਆਲਸ ਹੈ ਉਹ ਖਤਮ ਹੋ ਜਾਏਗਾ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਵੀ ਬਹੁਤ ਸੋਹਣਾ ਕਾਲ ਟੂ ਐਕਸ਼ਨ ਦਿੱਤਾ ਹੈ। ਇਸ ਕਾਲ ਟੂ ਐਕਸ਼ਨ ਦੇ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਜਿਹੜੇ ਨੇ, ਉਹਨਾਂ ਨੇ ਤੇ ਇੱਥੇ ਤੱਕ ਕਿਹਾ ਹੈ ਵੀ ਜਿਹੜਾ ਤੂੰ ਵਪਾਰ ਕਰ ਰਿਹਾ ਹੈ ਉਸ ਦੇ ਨਾਮ ਦਾ ਵਪਾਰ ਕਰ, ਹੋਰ ਕਿਸੇ ਚੀਜ਼ ਦਾ ਤੈਨੂੰ ਵਪਾਰ ਕਰਨ ਦੀ ਲੋੜ ਨਹੀਂ ਹੈ। ਹਰ ਭਗਤਾਂ ਹਰ ਤਨ ਰਾਸ ਹੈ, ਗੁਰ ਪੂਛ ਕਰੇ ਵਪਾਰ। ਹਰ ਨਾਮ ਸਲਾਹਣ ਸਦਾ ਸਦਾ, ਵਖਰ ਹਰ ਨਾਮ ਆਧਾਰ। ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਹਰ ਭਗਤਾਂ ਅਤੁੱਟ ਭੰਡਾਰ। ਜਿਹੜੇ ਉਸ ਦੇ ਨਾਮ ਦਾ ਵਪਾਰ ਕਰਦੇ ਨੇ, ਉਹਨਾਂ ਦੇ ਜਿਹੜੇ ਭੰਡਾਰੇ ਨੇ, ਉਹਨਾਂ ਦੀਆਂ ਜਿਹੜੀਆਂ ਰਿਸੋਰਸਿਸ ਨੇ ਉਹ ਕਦੀ ਵੀ ਖਤਮ ਨਹੀਂ ਹੁੰਦੀਆਂ, ਭਾਵੇਂ ਫਿਜ਼ੀਕਲ ਨੇ ਜਾਂ ਕੋਈ ਹੋਰ ਚੀਜ਼ਾਂ ਨੇ। ਭਾਈ ਰੇ ਇਸ ਮਨ ਕੋ ਸਮਝਾਏ, ਆਪਣੇ ਮਨ ਨੂੰ ਸਮਝਾ। ਇਹ ਮਨ ਆਲਸ ਕੀਆ ਕਰੇ, ਗੁਰਮੁਖ ਨਾਮ ਤੇ ਆਏ। ਗੁਰਮੁਖ ਜਿਹੜਾ ਹੈ ਉਹ ਉਸ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਦਾ ਹੈ ਔਰ ਉਸ ਪਰਮਾਤਮਾ ਦੇ ਨਾਮ ਦਾ ਵਪਾਰ ਕਰਦਾ ਹੈ, ਜਿਹਦੇ ਕਰਕੇ ਕਿ ਉਸ ਦੇ ਭੰਡਾਰੇ ਹਮੇਸ਼ਾ ਭਰੇ ਰਹਿੰਦੇ ਨੇ। ਲੇਕਿਨ ਇੱਕ ਆਮ ਇਨਸਾਨ ਜਿਹੜਾ ਹੈ ਉਹ ਆਪਣੇ ਮਨ ਦੇ ਵਿੱਚ ਆਲਸ ਕਰਦਾ ਹੈ, ਔਰ ਆਪਾਂ ਜਿਸ ਤਰ੍ਹਾਂ ਦੇਖਿਆ ਕਿ ਉਸ ਆਲਸ ਕਰਕੇ ਉਹ ਬੰਦਾ ਜਿਹੜਾ ਹੈ ਫਿਜ਼ੀਕਲੀ ਵੀ ਸਫਰ ਕਰਦਾ ਹੈ, ਉਹਦੀ ਹੈਲਥ ਵੀ ਸਫਰ ਕਰਦੀ ਹੈ, ਉਹ ਪ੍ਰੋਫੈਸ਼ਨਲੀ ਵੀ ਸਫਰ ਕਰਦਾ ਹੈ। ਅਗਰ ਉਹ ਸਟੂਡੈਂਟ ਹੈ ਤੇ ਉਹ ਪੜ੍ਹਾਈ 'ਚ ਸਫਰ ਕਰਦਾ ਹੈ, ਅਗਰ ਉਹ ਪ੍ਰੋਫੈਸ਼ਨਲ ਹੈ ਤੇ ਉਹ ਆਪਣੇ ਕੰਮਕਾਜ ਦੇ ਵਿੱਚ, ਆਫਿਸ ਦੇ ਵਿੱਚ ਸਫਰ ਕਰਦਾ ਹੈ। ਔਰ ਉਸ ਆਲਸ ਕਰਕੇ ਇਨਸਾਨ ਜਿਹੜਾ ਹੈ ਉਹ ਸਪਿਰਚੁਅਲੀ ਸਫਰ ਕਰਦਾ ਹੈ। ਨਾ ਤਾਂ ਉਸ ਨੂੰ ਉਸ ਪਰਮਾਤਮਾ ਦੀ ਬਣਾਈ ਇਸ ਦੁਨੀਆ ਦਾ ਜਾਂ ਉਸ ਦੇ ਜਿਹੜੇ ਸੀਕ੍ਰੇਟਸ ਨੇ ਉਹਨਾਂ ਬਾਰੇ ਕਦੀ ਐਨਲਾਈਟਨਮੈਂਟ ਹੁੰਦੀ ਹੈ, ਨਾ ਹੀ ਉਸ ਦੀ ਸਪਿਰਚੁਅਲ ਗਰੋਥ ਹੁੰਦੀ ਹੈ। ਸੋ ਆਪਾਂ ਇਹ ਜਿਹੜਾ ਵਿਚਾਰ ਹੈ ਇਸ ਦੀ ਆਪਾਂ ਇੱਥੇ ਸਮਾਪਤੀ ਕਰਦੇ ਹਾਂ, ਤੇ ਕੋਸ਼ਿਸ਼ ਮੈਂ ਇਹ ਕੀਤੀ ਹੈ ਕਿ ਵੀ ਇਸ ਦੇ ਵਿੱਚ ਆਪਾਂ ਇਹ ਦੇਖ ਸਕੀਏ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ ਕਿ ਵਿਲੰਬ ਨਹੀਂ ਕਰਨਾ, ਡਿਲੇ ਨਹੀਂ ਕਰਨੀ, ਠੀਕ ਹੈ, ਔਰ ਦ੍ਰਿੜਤਾ ਦੇ ਨਾਲ ਉਸ ਪਰਮਾਤਮਾ ਦਾ ਜਿਹੜਾ ਨਾਮ ਹੈ ਉਸ ਨੂੰ ਯਾਦ ਰੱਖਣਾ ਹੈ। ਇਹ ਇੱਕ ਸਿੱਖ ਵਾਸਤੇ ਬਹੁਤ ਜ਼ਰੂਰੀ ਹੈ ਕਿ ਜਿਸ ਵੇਲੇ ਉਹ ਆਪਣੀ ਲਾਈਫ ਦੇ ਵਿੱਚ ਇੱਕ ਡਿਸਪਲਿਨ ਲੈ ਕੇ ਆਉਂਦਾ ਹੈ ਤੇ ਉਸ ਦੀ ਜਿਹੜੀ ਫਿਜ਼ੀਕਲ ਲਾਈਫ ਹੈ ਉਹ ਇੰਪਰੂਵ ਕਰਦੀ ਹੈ ਔਰ ਉਸ ਦੀ ਲਾਈਫ ਦੇ ਵਿੱਚ ਸੁੱਖ ਆਉਂਦਾ ਹੈ। ਔਰ ਜਿਸ ਵੇਲੇ ਆਪਣੇ ਮਨ ਦੇ ਵਿੱਚ ਉਹ ਇੱਕ ਡਿਸਪਲਿਨ ਲੈ ਕੇ ਆਉਂਦਾ ਹੈ ਤੇ ਉਸ ਦੇ ਮਨ ਦੇ ਵਿੱਚ ਆਨੰਦ ਆਉਂਦਾ ਹੈ, ਉਸ ਦੀ ਸਪਿਰਚੁਅਲ ਐਨਲਾਈਟਨਮੈਂਟ ਹੁੰਦੀ ਹੈ।
ਸੋ ਫਿਜ਼ੀਕਲ ਤੇ ਸਪਿਰਿਚੁਅਲ ਗਰੋਥ ਦੋਵਾਂ ਵਾਸਤੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਵੀ ਉਹ ਲੇਜ਼ੀਨੈਸ ਜਿਹੜੀ ਹੈ ਉਸ ਨੂੰ ਛੱਡਣਾ ਬਹੁਤ ਜ਼ਰੂਰੀ ਹੈ। ਔਰ ਜਿਸ ਤਰ੍ਹਾਂ ਮੈਂ ਪਹਿਲੇ ਵੀ ਜ਼ਿਕਰ ਕੀਤਾ ਸੀਗਾ ਕਿ ਮੇਰੀ ਕੋਸ਼ਿਸ਼ ਜਿਹੜੀ ਹੈ ਉਹ ਇਹ ਸੀਗੀ ਔਰ ਹੁੰਦੀ ਹੈ ਇਹਨਾਂ ਹੁਕਮਨਾਮਿਆਂ ਦੇ ਵਿੱਚ ਕਿ ਵੀ ਕਿਸ ਤਰ੍ਹਾਂ ਇਹ ਜਿਹੜੇ ਹੁਕਮਨਾਮੇ ਨੇ ਇਹ ਗੁਰਬਾਣੀ ਦੇ ਨਾਲ ਕਨੈਕਟਡ ਨੇ। ਅਸੀਂ ਇਸ ਗੱਲ ਨੂੰ ਤਾਂ ਕੁਐਸਚਨ ਕਰ ਲੈਂਦੇ ਆ ਕਿ ਵੀ ਵਾਟ ਇਜ਼ ਦੀ ਹਿਸਟੋਰੀਕਲ ਐਕੂਰੇਸੀ ਕਿ ਇਹ ਜਿਹੜੇ 52 ਹੁਕਮ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੇ ਨੇ ਜਾਂ ਨਹੀਂ ਲਿਖੇ। ਪਰ ਅਸੀਂ ਇਸ ਚੀਜ਼ ਨੂੰ ਤੇ ਕੁਐਸਚਨ ਨਹੀਂ ਨਾ ਕਰ ਸਕਦੇ ਕਿ ਵੀ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਔਰ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਬਾਣੀ ਨੂੰ ਇਕੱਠਾ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਿੱਤਾ ਔਰ ਸਾਨੂੰ ਇਹ ਗੱਲ ਕਹੀ ਕਿ ਗੁਰੂ ਮਾਨਿਓ ਗ੍ਰੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਉਸ ਦੇ ਵਿੱਚ ਜੋ ਗਾਈਡੈਂਸ ਹੋਰ ਗੁਰੂ ਸਾਹਿਬ ਨੇ ਭਗਤਾਂ ਨੇ ਦਿੱਤੀ, ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਿੰਘਾਂ ਨੂੰ ਇਹੀ ਹੁਕਮ ਕੀਤਾ ਕਿ ਜੋ ਗਾਈਡੈਂਸ ਗੁਰੂ ਗ੍ਰੰਥ ਸਾਹਿਬ 'ਚ ਹੈ ਤੁਸੀਂ ਉਸੇ ਨੂੰ ਫੋਲੋ ਕਰੋ। ਮੈਂ ਤੁਹਾਨੂੰ ਆਪਣੇ ਕੋਲੋਂ ਕੋਈ ਵੱਖਰੀ ਚੀਜ਼ ਨਹੀਂ ਦੱਸ ਰਿਹਾ, ਪਰ ਉਸ ਚੀਜ਼ ਨੂੰ ਉਹਨਾਂ ਨੇ, ਜਿਹੜੇ ਉਹਨਾਂ ਦੇ ਸਿੱਖ ਸਨ, ਉਹਨਾਂ ਨੇ ਪ੍ਰੋਪਰ ਇੱਕ ਰਹਿਤਨਾਮਿਆਂ ਦੇ ਵਿੱਚ ਉਸ ਨੂੰ ਲਿਖਿਆ, ਜਿੱਥੋਂ ਕਿ ਹੌਲੀ ਹੌਲੀ ਟਾਈਮ ਪਾ ਕੇ ਸਾਡੀ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਉਹ ਬਣੀ ਹੈ। ਸੋ ਉਹ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਜਾਂ ਗੁਰੂ ਸਾਹਿਬ ਦੇ ਜਿਹੜੇ 52 ਹੁਕਮ ਨੇ, ਧਿਆਨ ਨਾਲ ਦੇਖਣ ਦੀ ਜ਼ਰੂਰਤ ਜਿਹੜੀ ਹੈ ਉਹ ਇਹ ਹੈ, ਔਰ ਜੋ ਮੈਂ ਕੋਸ਼ਿਸ਼ ਹਮੇਸ਼ਾ ਕਰਦਾ ਹਾਂ ਇਹਨਾਂ ਵਿਚਾਰਾਂ ਦੇ ਵਿੱਚ ਕਿ ਵੀ ਉਸ ਦਾ ਆਧਾਰ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਸੋ ਅਗਰ ਕਿਸੇ ਚੀਜ਼ ਦਾ ਆਧਾਰ ਅਸੀਂ ਗੁਰੂ ਗ੍ਰੰਥ ਸਾਹਿਬ ਮੰਨ ਰਹੇ ਹਾਂ ਤੇ ਸਾਨੂੰ ਉਸ ਚੀਜ਼ ਨੂੰ ਕੁਐਸਚਨ ਕਰਨ ਦੀ ਲੋੜ ਨਹੀਂ ਹੈ। ਸੋ ਵਾਹਿਗੁਰੂ ਮਿਹਰ ਕਰੇ ਸਾਡੇ ਤੇ, ਸਾਡਾ ਮਾਰਗਦਰਸ਼ਨ ਕਰੇ, ਔਰ ਜਿਹੜੇ ਗੁਰੂ ਸਾਹਿਬ ਦੇ 52 ਹੁਕਮ ਨੇ ਅਸੀਂ ਸਿਰਫ ਇਹਨਾਂ ਨੂੰ ਪੜ੍ਹੀਏ ਹੀ ਨਾ, ਬਲਕਿ ਇਹਨਾਂ ਨੂੰ ਪੜ੍ਹ ਕੇ ਸਮਝ ਕੇ ਇਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਅਪਣਾਈਏ ਵੀ। ਤੇ ਇਸ ਬਾਰੇ ਸਾਰੀ ਸੰਗਤ ਨੂੰ ਬੇਨਤੀ ਹੈ, ਹੋਰ ਅੱਗੇ ਤੁਸੀਂ ਇਸ 'ਚ ਕੋਈ ਚੀਜ਼ ਐਡ ਕਰਨਾ ਚਾਹੁੰਦੇ ਹੋ, ਤੁਹਾਡਾ ਕੋਈ ਵਿਚਾਰ ਹੈ ਤੇ ਬਾਈ ਆਲ ਮੀਨਸ ਤੁਸੀਂ ਅਨਮਿਊਟ ਕਰਕੇ ਤੇ ਆਪਣਾ ਵਿਚਾਰ ਜਿਹੜਾ ਉਹ ਸੰਗਤ ਦੇ ਨਾਲ ਜ਼ਰੂਰ ਸ਼ੇਅਰ ਕਰੋ। ਮੈਂ ਆਪਣੀ ਜੋ ਤੁਛ ਬੁੱਧੀ ਅਨੁਸਾਰ ਸਮਝ ਸਕਿਆ ਇਸ ਟੌਪਿਕ ਨੂੰ, ਮੈਂ ਵਿਚਾਰ ਇਸ ਸੰਗਤ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।